ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੁੱਖਾਂ ਦੇ ਸਾਗਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਹਜ਼ੂਰ ਸੱਜ ਕੇ ਹਜ਼ੂਰ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਲੜੀਵਾਰ ਕਥਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਪਿਆਰ ਨਾਲ ਸਾਰੀਆਂ ਸੰਗਤਾਂ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆਪ ਜੀ ਨੇ ਕਥਾ ਸਰਵਣ ਕੀਤੀ। ਭਾਈ ਤੀਰਥਾ ਜੀ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਏ। ਉਹਨਾਂ ਆ ਕੇ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅਸੀਂ ਸੰਸਾਰੀ ਬੰਦੇ ਹਾਂ, ਨਾਮ ਨਹੀਂ ਜਪਿਆ ਜਾਂਦਾ, ਸਾਡਾ ਕਿਵੇਂ ਭਲਾ ਹੋਵੇ। ਸੰਗਤ ਜੀ ਇੱਕ ਗੱਲ ਚੇਤਾ ਰੱਖਣੀ, ਜਿਨ੍ਹਾਂ ਨੇ ਬਹੁਤ ਜ਼ਿਆਦਾ ਨਾਮ ਜਪਣਾ ਹੁੰਦਾ ਨਾ ਜੀ, ਉਹ ਰੂਹਾਂ ਧੁਰੋਂ ਹੀ ਆਉਂਦੀਆਂ ਨੇ ਜੀ, ਉਹੋ ਹੀ ਨਾਮ ਜਪਦੀਆਂ। ਸੰਸਾਰੀ ਬੰਦੇ ਮਸਾਂ ਨਿਤਨੇਮ ਹੀ ਕਰ ਲੈਣ, ਇਹ ਵੀ ਬੜੀ ਵੱਡੀ ਗੱਲ ਹੈਗੀ ਹੈ ਜੀ। ਉਹ ਕਹਿੰਦੇ ਮਹਾਰਾਜ ਅਸੀਂ ਸੰਸਾਰੀ ਬੰਦੇ ਹਾਂ। ਮਹਾਰਾਜ ਕਹਿੰਦੇ ਜੇ ਨਾਮ ਨਹੀਂ ਜਪਿਆ ਜਾਂਦਾ ਤੇ ਨਾਮ ਜਪਣ ਵਾਲਿਆਂ ਦੀ ਸੇਵਾ ਕਰ ਲਿਆ ਕਰੋ। ਉਹਨਾਂ ਪੁੱਛਿਆ ਮਹਾਰਾਜ ਕੌਣ? ਮਹਾਰਾਜ ਕਹਿੰਦੇ ਸੰਤ। ਕਹਿੰਦੇ ਮਹਾਰਾਜ ਸੰਤ ਕਿਵੇਂ ਪਛਾਣੀਏ? ਮਹਾਰਾਜ ਨੇ ਫਿਰ ਰਾਜੇ ਦੀ ਕਥਾ ਸੁਣਾਈ। ਰਾਜਾ ਹੰਸ ਵੇਖਣਾ ਚਾਹੁੰਦਾ ਸੀਗਾ। ਸਭ ਪੰਛੀਆਂ ਦੀ ਉਹਨੇ ਸੇਵਾ ਕਰਨੀ ਸ਼ੁਰੂ ਕੀਤੀ। ਇੱਕ ਦਿਨ ਉਹਦੀ ਸੇਵਾ ਸੁਣ ਕੇ ਫਿਰ ਹੰਸ ਵੀ ਉੱਥੇ ਆਏ। ਹੰਸਾਂ ਨੇ ਦਰਸ਼ਨ ਦੇ ਕੇ ਰਾਜੇ ਨੂੰ ਨਿਹਾਲ ਕੀਤਾ, 2 ਕੀਮਤੀ ਲਾਲ ਵੀ ਦਿੱਤੇ। ਕਥਾ ਤੁਸੀਂ ਕੱਲ੍ਹ ਸੁਣ ਲਈ ਹੈ ਸਾਰੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਉਹ ਗੱਲ ਸੁਣਾਈ। ਮਹਾਰਾਜ ਕਹਿੰਦੇ ਭਾਈ ਤੀਰਥੇ ਲੱਗੇ ਰਹਿਣਾ, ਲੱਗੇ ਰਹਿਣਾ, ਸੇਵਾ ਕਰੀ ਜਾਣੀ ਹੈ। ਇੱਕ ਦਿਨ ਸੰਤ ਵੀ ਆ ਕੇ ਮਿਲ ਪੈਂਦੇ ਬੰਦੇ ਨੂੰ, ਜਿਹੜੇ ਪੂਰਨ ਪੁਰਸ਼ ਹੁੰਦੇ ਆ। ਸੋ ਉਹ ਕਥਾ ਆਪ ਜੀ ਨੇ ਸੁਣੀ। ਫਿਰ ਭਾਈ ਭਾਵਾ ਧੀਰੋ ਜੀ ਉਜੈਨ ਵਿੱਚੋਂ ਆਏ। ਮਹਾਰਾਜ ਜੀ ਦੇ ਚਰਨਾਂ ਵਿੱਚ ਬੜੇ ਪਿਆਰ ਨਾਲ ਕਥਾ ਕੀਰਤਨ ਸੁਣਦੇ ਆ, ਮਨ ਨੂੰ ਭਗਤੀ ਵਿੱਚ ਲਾਉਣ ਦਾ ਯਤਨ ਵੀ ਕਰਦੇ ਆ। 6 ਮਹੀਨਿਆਂ ਬਾਅਦ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਹੁੰਦੇ ਸੀਗੇ। ਉਹਨਾਂ ਪੁੱਛਿਆ ਮਹਾਰਾਜ ਫਿਰ ਸੰਤਾਂ ਦੇ ਲੱਛਣ ਕੀ ਹੈ? ਗੁਰੂ ਜੀ ਨੇ ਸ਼ਲੋਕ ਉਚਾਰ ਕੇ ਦੱਸਿਆ 5ਵੇਂ ਪਾਤਸ਼ਾਹ ਦਾ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ, ਦਿਆਲੰ ਸਰਬਤਰ ਜੀਆਂ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸੰ ਸਮ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ, ਸਰਵਣੰ ਆਪ ਤਿਆਗ ਸਗਲ ਰੇਣੁਕ ਹੈ, ਖਟ ਲਖਿਆਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਸ਼ਲੋਕ ਸਹਿਸਕ੍ਰਿਤੀ ਹੈ ਸਾਧ ਸੰਗਤ ਜੀ। ਜਿਹੜੇ ਲੋਕ ਆਪੇ ਬਾਣੀ ਪੜ੍ਹਦੇ ਆ, ਇਹ ਤਾਂ ਸੰਥਿਆ ਲੈ ਕੇ ਵੀ ਇਹ ਗੱਲਾਂ ਪਕਾਉਣੀਆਂ ਔਖੀਆਂ ਹੋ ਜਾਂਦੀਆਂ ਨੇ, ਮਹਿੰਗੀਆਂ ਹੋ ਜਾਂਦੀਆਂ ਨੇ। ਅਤੇ ਜਿਹੜੇ ਆਪ ਬਾਣੀ ਪੜ੍ਹਦੇ ਆ ਉਹਨਾਂ ਨੂੰ ਤਾਂ ਬੜਾ ਹੀ ਧਿਆਨ ਰੱਖਣਾ ਚਾਹੀਦਾ ਹੈ ਜੀ। ਇਹ ਸਹਿਸਕ੍ਰਿਤੀ ਸ਼ਲੋਕ ਹੈ।
ਮਹਾਰਾਜ ਜੀ ਨੇ ਥੋੜੇ ਸ਼ਬਦਾਂ ਵਿੱਚ ਬਹੁਤੀ ਸਿੱਖਿਆ ਦਿੱਤੀ ਜੀ। ਸਹਿਸਕ੍ਰਿਤੀ ਸਲੋਕਾਂ 'ਚ ਘੋਰ ਦੁਖਯੰ ਅਨਕ ਹੱਤਯੰ ਜਨਮ ਦਾਰਿਦਯੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ ਭਸਮੰ ਕਰੋਤ। ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ। ਆਤਮ ਰਖਿਆ ਗੋਪਾਲ ਦਿਆਲ ਹੈ। ਆਤਮ ਰਖਿਆ ਗੋਪਾਲ ਦਿਆਲ ਹੈ। ਗੱਜ ਕੇ ਆਖੋ ਹਜੂਰ ਮਹਾਰਾਜ ਨੇ ਬੜੇ ਪਿਆਰੇ ਸਲੋਕਾਂ ਵਿੱਚ ਬੜੀ ਪਿਆਰੀ ਸਿੱਖਿਆ ਦਿੱਤੀ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸਵਾਮ ਹੈ। ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਸਮਾਂ ਲੱਗੇ ਧਿਆਨ ਨਾਲ ਇਹਨਾਂ ਸਲੋਕਾਂ ਦੀ ਵਿਆਖਿਆ ਪੜ੍ਹਿਓ। ਬੜੀ ਵਾਰੀ ਤੁਸੀਂ ਦਾਸ ਦੇ ਮੁਖੋਂ ਉਹ ਗੱਲ ਸੁਣੀ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ ਤੇ। ਜਿਹਦਾ ਮੁੱਖ ਪਾਠ ਇੱਥੋਂ ਸ਼ੁਰੂ ਹੁੰਦਾ ਹੈ, ਪਾਛੰ ਕਰੋਤ ਅਗਰਣੀ ਵਹਿ ਨਿਰਾਸੰਗ ਆਸ ਪੂਰਨ ਹੈ। ਨਿਰਧਨੰ ਭਯੰ ਤਨਵੰਤ ਹੈ ਰੋਗੀਅੰਗ ਰੋਗ ਖੰਡਨ ਹੈ। ਇਹ ਸਾਰੀ ਸਹਿਸਕ੍ਰਿਤੀ ਬਾਣੀ ਹੈ ਸਾਧ ਸੰਗਤ ਜੀ। ਸਹਿਸਕ੍ਰਿਤੀ ਤੋਂ ਅੱਗੇ ਸਤਿਗੁਰੂ ਜੀ ਨੇ ਗਾਥਾ ਉਚਾਰੀ, ਫੁਨਹੇ ਉਚਾਰੇ, ਚੌ ਬੋਲੇ ਉਚਾਰੇ ਜੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਏ ਸਾਰੀਆਂ ਬਾਣੀਆਂ ਆਉਂਦੀਆਂ ਹਨ ਜੀ। ਸੋ ਮਹਾਰਾਜ ਨੇ ਉਸ ਇੱਕ ਸਲੋਕ ਸੁਣਾਇਆ, 40ਵਾਂ ਇਹ ਸਲੋਕ ਹੈ। ਇਹਦੇ ਵਿੱਚ ਸੰਤਾਂ ਦੇ ਲੱਛਣ ਸੱਚੇ ਪਾਤਸ਼ਾਹ ਜੀ ਨੇ ਦੱਸੇ ਹੈ। ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸੇ। ਭਾਈ ਭਾਵਾ ਧੀਰੋ ਜੀ ਸੁਣ ਕੇ ਬੜੇ ਪ੍ਰਸੰਨ ਹੋਏ। ਸੰਗਤ ਜੀ, ਹਰ ਪ੍ਰਸ਼ਨ ਦਾ ਉੱਤਰ ਬਾਣੀ 'ਚ ਹੀ ਹੁੰਦਾ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੜੀ ਵਿਸ਼ਾਲ ਹੈ ਜੀ, ਬੜੀ ਵੱਡੀ ਹੈ ਜੀ। ਬਾਣੀ ਦੇ ਵਿੱਚ ਹਰ ਪ੍ਰਸ਼ਨ ਦਾ ਉੱਤਰ ਹੈਗਾ, ਪਰ ਸਾਨੂੰ ਸਮਝ ਨਾ ਹੋਣੇ ਕਰਕੇ ਪਤਾ ਨਹੀਂ ਲੱਗਦਾ ਜੀ। ਪਰ ਕੋਈ ਗੱਲ ਨਹੀਂ, ਜੇ ਨਹੀਂ ਵੀ ਪਤਾ ਲੱਗਦਾ ਬੰਦਾ ਪੁੱਛ ਲੈ ਜੀ। ਭਾਈ ਭਾਵਾ ਧੀਰੋ ਜੀ ਨੇ ਪੁੱਛ ਲਿਆ ਤੇ ਗੁਰੂ ਜੀ ਨੇ ਦੱਸ ਦਿੱਤਾ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸੋ ਉਹਨਾਂ ਦੀ ਵਿਆਖਿਆ ਵੀ ਕੱਲ ਆਪ ਜੀ ਨੇ ਸੁਣੀ ਸੀ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਭਾਈ ਭਾਵਾ ਧੀਰੋ ਜੀ ਨੇ 6 ਲੱਖਣ ਸੁਣੇ ਨਹੀਂ, ਉਹ 6 ਲੱਖਣ ਧਾਰਨ ਵੀ ਕੀਤੇ ਜੀ ਉਹਨਾਂ ਨੇ ਅਪਣਾਏ ਵੀ 6 ਲੱਖਣ। ਸਭ ਤੋਂ ਪਹਿਲਾ ਲੱਛਣ ਸੀ ਵਾਹਿਗੁਰੂ 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 ਵਾਹਿਗੁਰੂ। ਇਹ ਮੰਤਰ ਨੂੰ ਜਪਦੇ ਹੀ ਰਹਿਣਾ ਜੀ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਉਹ ਵਾਹਿਗੁਰੂ ਜੋ ਸਾਰਿਆਂ 'ਚ ਰਮਿਆ, ਉਹਦੇ 'ਚ ਧਿਆਨ ਰੱਖਣਾ ਜੀ। ਸੋ ਆਓ ਹੁਣ ਆਪਾਂ ਅੱਗੋਂ ਕਥਾ ਸੁਣੀਏ। ਸਭ ਸੰਗਤ ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਮੇਲ ਵੱਡੋ ਸਿੱਖ ਪੁਰ ਬੁਰਹਾਨ। ਬੁਰਹਾਨਪੁਰ ਇਲਾਕਾ ਜੀ ਇੱਕ ਜੀ ਪਿੰਡ ਹੈ। ਪੰਜਾਬ 'ਚ ਵੀ ਕੁਝ ਐਸੇ ਪਿੰਡ ਨੇ ਜੀ ਜਿਨ੍ਹਾਂ ਦਾ ਨਾਮ ਬੁਰਹਾਨਪੁਰ ਹੈ। ਕੁਝ ਪੰਜਾਬ ਤੋਂ ਬਾਹਰਲੇ ਜਿਹੜੇ ਸਟੇਟ ਨੇ, ਰਾਜ ਨੇ, ਉਹਨਾਂ ਵਿੱਚ ਵੀ ਬੁਰਹਾਨਪੁਰ ਨਾਮ ਦੇ ਪਿੰਡ ਆਉਂਦੇ ਆ ਜੀ। ਸੋ ਬੁਰਹਾਨਪੁਰ ਪਿੰਡ ਵਿੱਚ ਬਹੁਤ ਸਾਰੇ ਗੁਰਸਿੱਖ ਰਹਿੰਦੇ ਨੇ ਜੀ। ਹਾਂਜੀ। ਭਾਈ ਭਗਤ ਦਾਸ ਭਗਵਾਨ। ਜਿਨ੍ਹਾਂ ਦੇ ਵਿੱਚ ਸੰਗਤ ਜੀ ਭਾਈ ਭਗਤ ਦਾਸ ਜੀ ਬੜੇ ਭਗਤ ਬੰਦੇ ਨੇ ਜੀ। ਨਾਮ ਹੀ ਬੜਾ ਵਧੀਆ ਜੀ ਉਹਨਾਂ ਦਾ, ਭਗਤ ਦਾਸ। ਹਾਂਜੀ। ਅਪਰ ਬੋਦਲਾ ਮਲਕ ਕਟਾਰੂ। ਵਾਹਿਗੁਰੂ ਨਾਮ ਭਗਵਾਨ ਦਾਸ ਹੈ ਬੰਦੇ ਭਗਤ ਨੇ ਜੀ। ਤੇ ਫਿਰ ਭਾਈ ਬੌਦਲਾ ਜੀ, ਭਾਈ ਮਲਕ ਜੀ, ਭਾਈ ਕਟਾਰੂ ਜੀ। ਹਾਂਜੀ। ਪਿਰਥੀ ਮਲ ਜਰਾਂਦ ਬੁੱਧ ਸਾਰੂ। ਤੇ ਭਾਈ ਪ੍ਰਿਥੀ ਮਲ ਜਰਾਂਦ ਬੁੱਧ ਸਾਰੂ। ਇਹ ਸਾਰੇ ਹੀ ਨਾ ਜੀ ਸ੍ਰੇਸ਼ਟ ਬੁੱਧੀ ਵਾਲੇ ਸਿੱਖ ਨੇ ਜੀ, ਸਿਆਣੇ ਬੜੇ ਆ ਜੀ। ਹਾਂਜੀ।
ਡੱਲੂ ਭਗਤ ਸ਼ੁਰਾ ਹੈਰਾਨ। ਭਾਈ ਡੱਲੂ ਭਗਤ ਜੀ ਵੀ ਹਨ ਜੀ, ਬੁਰਹਾਨਪੁਰ ਦੇ ਜੀ। ਭਾਈ ਛੁਰਾ ਹੈਰਾਨ ਜੀ, ਇਹ ਵੀ ਨਾਮ ਹੈ ਜੀ ਸਿੱਖ ਦਾ। ਹਾਂਜੀ। ਸ਼ਿਆਮੀ ਦਾਸ ਵਧਾਵਨ ਜਾਨ। ਭਾਈ ਸਿਆਮੀ ਦਾਸ ਵਧਾਵਨ ਜੀ। ਹਾਂਜੀ। ਸੁੰਦਰ ਆਦਿਕ ਸਿੱਖ ਅਨੇਕ। ਤੇ ਭਾਈ ਸੁੰਦਰ ਜੀ, ਇਹ ਤਾਂ ਕੁਝ ਨਾਮ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੱਸੇ ਐ। ਬੁਰਹਾਨਪੁਰ ਵਿੱਚ ਅਨੇਕ ਹੀ ਸਿੱਖ ਗੁਰੂ ਦੇ ਪਿਆਰੇ ਰਹਿੰਦੇ, ਜਿਹੜੇ ਬੜੇ ਸਿਆਣੇ ਨੇ ਜੀ। ਹਾਂਜੀ। ਮਿਲ ਹੈ ਕੀਰਤਨ ਕਰੈ ਵਿਵੇਕ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕੀਰਤਨ ਕਰਦੇ ਜੀ ਮਿਲ ਕੇ। ਚੰਗੀ ਬੁੱਧੀ ਵੀ ਹੈ, ਸੁੱਚ ਸੰਜਮ ਵੀ ਬੜੀ ਰੱਖਦੇ ਆ ਜੀ। ਹਾਂਜੀ। ਪਵਿੱਤਰਤਾ ਦੀ ਤੇ ਜ਼ਰੂਰਤ ਹੈਗੀ ਆ ਜੀ। ਇਸ ਮਾਰਗ ਤੇ ਚੱਲਣ ਵਾਸਤੇ ਪਵਿੱਤਰਤਾ ਸੁੱਚਤਾ ਦੀ ਬੜੀ ਲੋੜ ਹੈਗੀ ਆ ਜੀ। ਪਵਿੱਤਰਤਾ ਰੱਖਦੇ ਆ, ਸੁੱਚਤਾ ਰੱਖਦੇ ਆ, ਤੇ ਫਿਰ ਗਿਆਨ ਦੀ ਵੀ ਵਿਚਾਰ ਕਰਦੇ ਆ, ਕੀਰਤਨ ਵੀ ਕਰਦੇ ਆ। ਹਾਂਜੀ। ਸਭ ਇਕੱਠੇ ਦਰਸ਼ਨ ਹਿਤ ਆਏ। ਇੱਕ ਵਾਰ ਫਿਰ ਇਹਨਾਂ ਪ੍ਰੋਗਰਾਮ ਬਣਾਇਆ ਜੀ। ਇਹ ਸਾਰੇ ਹੀ ਗੁਰੂ ਦੇ ਪਿਆਰੇ ਇਕੱਠੇ ਹੋ ਕੇ ਦੀਨ ਦੁਨੀਆ ਦੇ ਮਾਲਕ, ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਸ੍ਰੀ ਗੁਰੂ ਹਰਗੋਬਿੰਦ ਦਰਸਾਏ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਹਾਂਜੀ। ਅਨੇਕ ਭਾਂਤ ਕੀ ਅਰਪ ਉਪਾਇਨ। ਅਨੇਕ ਤਰ੍ਹਾਂ ਦੇ ਉਪਹਾਰ ਵੀ ਲੈ ਕੇ ਆਏ ਜੀ। ਪਿਆਰ ਵਾਲੇ ਨੇ ਨਾ ਜੀ, ਫਿਰ ਆਪਣੇ ਇਲਾਕੇ ਵਿੱਚੋਂ ਗੁਰੂ ਸਾਹਿਬ ਵਾਸਤੇ ਬਹੁਤ ਕੁਝ ਲੈ ਕੇ ਆਏ ਜੀ ਗਏ। ਹਾਂਜੀ। ਸਿਰ ਧਰ ਬੰਦਤ ਪੰਕਜ ਪਾਇਨ। ਤੇ ਬੜੇ ਹੀ ਪਿਆਰ ਨਾਲ ਆ ਕੇ ਸਾਰਾ ਕੁਝ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ, ਸਿਰ ਰੱਖ ਕੇ ਮੱਥਾ ਟੇਕਿਆ ਜੀ। ਆਪਾਂ ਵੀ ਟੇਕੀਏ। ਧੰਨ ਗੁਰੂ ਹਰਗੋਬਿੰਦ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਰਹੇ ਕਿਤਕ ਦਿਨ ਦਰਸ਼ਨ ਕਰਤੇ। ਕਈ ਦਿਨ ਫਿਰ ਉਹ ਸੱਚੇ ਪਾਤਸ਼ਾਹ ਦੇ ਹਜ਼ੂਰ ਰਹੇ ਜੀ। ਕਈ ਦਿਨ ਰਹੇ ਜੀ। ਕਿਉਂ? ਉਹਨਾਂ ਸਮਿਆਂ ਵਿੱਚ ਸੰਗਤ ਜੀ ਮਸਾਂ ਤੇ ਆਉਣਾ ਹੁੰਦਾ ਸੀਗਾ ਜੀ, ਤੇ ਫਿਰ ਕੁਝ ਦਿਨ ਰਹਿਣਾ ਪੈਂਦਾ ਸੀਗਾ। ਕਈ ਦਿਨ ਮਹਾਰਾਜ ਜੀ ਦੇ ਚਰਨਾਂ ਵਿੱਚ ਰਹੇ, ਦਰਸ਼ਨ ਕਰਦੇ ਰਹੇ। ਬੈਠੇ ਢਿਗ ਜਗਿਆਸਾ ਧਰਤੇ। ਤੇ ਮਹਾਰਾਜ ਜੀ ਦੇ ਕੋਲ ਬੈਠੇ ਜੀ ਇੱਕ ਦਿਨ ਜੀ, ਤੇ ਪਾਸ ਬੈਠੇ ਤੇ ਪੁੱਛਣ ਦੀ ਇੱਛਾ ਹੈਗੀ ਜੀ ਮਨ ਵਿੱਚ ਜੀ, ਵੀ ਮਹਾਰਾਜ ਜੀ ਨੂੰ ਗੱਲ ਪੁੱਛਣੀ ਹੈ ਇੱਕ। ਹਾਂਜੀ। ਹਮ ਕੋ ਸੁਮਤ ਬਤਾਵਨ ਕਰੀਐ। ਹੇ ਸੱਚੇ ਪਾਤਸ਼ਾਹ, ਗਰੀਬ ਨਵਾਜ ਮਹਾਰਾਜ, ਮਹਾਰਾਜ ਸਾਨੂੰ ਸੁਮਤ ਬਖਸ਼ੋ, ਸਾਨੂੰ ਕੋਈ ਮਹਾਰਾਜ ਸ੍ਰੇਸ਼ਟ ਮਤ ਦਿਓ। ਹਾਂਜੀ। ਭਾਵ ਸਾਗਰ ਤੇ ਪਾਰ ਉਤਰੀਐ। ਤਾਂ ਕਿ ਅਸੀਂ ਵੀ ਭਵ ਸਾਗਰ ਤੋਂ ਪਾਰ ਹੋ ਸਕੀਏ। ਆ ਬਾਹਰ ਸਿੰਘ ਰੌਲਾ ਪਾਉਂਦੇ, ਇਹਨਾਂ ਨੂੰ ਆਖੋ ਕੋਈ ਜਣਾ ਚੁੱਪ ਕਰਨਾ। ਆਖ ਕੇ ਆਓ। ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਵੀ ਮਹਾਰਾਜ ਕੋਈ ਸੁਮਤ ਧਾਰਨ ਕਰੀਏ, ਸਾਡਾ ਵੀ ਭਲਾ ਹੋਵੇ ਸੱਚੇ ਪਾਤਸ਼ਾਹ। ਹਾਂਜੀ। ਤਬ ਸ੍ਰੀ ਹਰਗੋਬਿੰਦ ਉਚਾਰਾ। ਤਾਂ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਅੱਗੋਂ ਉੱਤਰ ਦਿੰਦੇ ਜੀ। ਧਰਮਸਾਲ ਇੱਕ ਕਰੋ ਉਦਾਰਾ। ਹੇ ਮਹਾਰਾਜ ਸੱਚੇ ਪਾਤਸ਼ਾਹ, ਉਪਦੇਸ਼ ਦਿਓ। ਤੇ ਗੁਰੂ ਹਰਗੋਬਿੰਦ ਸਾਹਿਬ ਉਪਦੇਸ਼ ਦੇਣ ਲੱਗੇ ਜੀ। ਧਿਆਨ ਨਾਲ ਸੁਣਿਓ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ, ਭਾਈ ਪਿਆਰਿਓ, ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਬਣਾਓ। ਧਰਮਸ਼ਾਲਾ। ਧਰਮਸ਼ਾਲਾ। ਧਰਮਸ਼ਾਲਾ ਕੀ ਦੀ? ਧਰਮ ਸਥਾਨ ਬਣਾਓ ਇੱਕ। ਹਾਂਜੀ। ਬੜੀ ਪ੍ਰਭਾਤ ਮਿਲੈ ਸਭ ਆਏ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕਹਿੰਦੇ ਆ, ਅੰਮ੍ਰਿਤ ਵੇਲੇ ਧਰਮਸ਼ਾਲਾ 'ਚ ਇਕੱਠੇ ਹੋਇਆ ਕਰੋ ਸਾਰੇ। ਅੰਮ੍ਰਿਤ ਵੇਲੇ ਹੌਲੀ ਹੌਲੀ ਸੰਗਤ ਜੀ, ਫਿਰ ਜਦੋਂ ਇੱਕ ਆਉਂਦਾ ਫਿਰ ਦੂਜੇ ਦਾ ਵੀ ਜੀ ਕਰਦਾ, ਦੂਜਾ ਆਉਂਦਾ ਤੀਜੇ ਦਾ ਵੀ ਜੀ ਕਰਦਾ ਜੀ। ਅੰਮ੍ਰਿਤ ਵੇਲੇ, ਪ੍ਰਭਾਤ ਵੇਲੇ ਉਸ ਧਰਮਸ਼ਾਲਾ ਵਿੱਚ ਇਕੱਠੇ ਹੋਇਆ ਕਰੋ ਸਾਰੇ।
ਹਾਂਜੀ। ਗੁਰਬਾਣੀ ਕੋ ਸੁਨੈ ਸੁਨਾਏ। ਇੱਕ ਸਿੱਖ ਗੁਰਬਾਣੀ ਨੂੰ ਪੜ੍ਹਿਆ ਕਰੇ ਤੇ ਬਾਕੀ ਸਿੱਖ ਸੁਣਿਆ ਕਰਨ ਕਹਿਣ ਲੱਗੇ। ਬਾਣੀ ਨੂੰ ਸੁਣਨਾ ਹੈ ਤੇ ਬਾਣੀ ਨੂੰ ਸੁਣਾਉਣਾ ਹੈ। ਅਰਥ ਵਿਚਾਰੋ ਕਥਾ ਕਰੀਜੈ। ਫਿਰ ਮਹਾਰਾਜ ਕਹਿੰਦੇ ਅਰਥਾਂ ਦੀ ਵੀ ਵਿਚਾਰ ਕਰਨੀ ਬਾਣੀ ਦੇ, ਫਿਰ ਉਹਨਾਂ ਦੀ ਕਥਾ ਵੀ ਕਰਨੀ ਹੈ। ਹਾਂਜੀ। ਬਾਹਰ ਕਮਾਵੋ ਮਨ ਧਰ ਲੀਜੈ। ਤੇ ਸਹਿਜੇ ਸਹਿਜੇ ਉਹ ਅਰਥ ਯਾਦ ਕਰਨੇ ਆ ਤੇ ਉਹਨਾਂ ਦੀ ਕਮਾਈ ਕਰਨੀ ਹੈ। ਕਮਾਈ ਕਰਨੀ ਹੈ। ਹਾਂਜੀ। ਸਮੋ ਆਰਤੀ ਚਰਨ ਕਵਲ ਲਗ। ਫਿਰ ਸ਼ਾਮ ਦਾ ਸਮਾਂ ਹੋਵੇ, ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਸ਼ਾਮ ਦੇ ਸਮੇਂ ਵੀ ਇਕੱਠੇ ਹੋਣਾ। ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲਾ ਜਾਪ ਉਚਾਰਾ। ਸੋਦਰ ਦਾ ਪਾਠ, ਆਰਤੀ ਦਾ ਪਾਠ ਕਰਨਾ ਮਹਾਰਾਜ ਕਹਿਣ ਲੱਗੇ। ਕਰ ਅਰਦਾਸ ਜਾਵੋ ਨਿਜ ਘਰ ਮਗ। ਤੇ ਮਹਾਰਾਜ ਕਹਿੰਦੇ ਅਰਦਾਸ ਬੇਨਤੀ ਕਰਕੇ ਆਪੋ ਆਪਣੇ ਘਰਾਂ 'ਚ ਜਾਇਆ ਕਰੋ। ਬੜਾ ਸੌਖਾ ਕੰਮ ਹੈਗਾ ਜੀ। ਥੋੜਾ ਸਮਾਂ ਤੇ ਧਰਮਸ਼ਾਲਾ ਲਈ ਕੱਢੇ ਬੰਦਾ ਜੀ, ਥੋੜਾ ਸਮਾਂ। ਹਾਂਜੀ। ਧਰਮ ਕਿਰਤ ਕਰ ਕੂਰ ਨਾ ਕਰੀਐ। ਧਰਮ ਦੀ ਕਿਰਤ ਕਰਦਿਆਂ ਕਦੀ ਝੂਠ ਨਹੀਂ ਬੋਲਣਾ ਮਹਾਰਾਜ ਕਹਿੰਦੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਬੜੀ ਵੱਡੀ ਗੱਲ ਜੀ। ਬੰਦਾ ਅਸੀਂ ਝੂਠ ਬੋਲ ਬੈਨੇ ਸੰਗਤ ਜੀ, ਕੰਮ ਕਾਰ ਕਰਦਿਆਂ ਝੂਠ ਬੋਲ ਪੈਂਦੇ ਆ ਜੀ। ਕਿਉਂ? ਕਹਿੰਦੇ ਜੇ ਝੂਠ ਨਾ ਬੋਲੀਏ ਤੇ ਨੁਕਸਾਨ ਹੋ ਜਾਏਗਾ। ਪਰ ਕਈ ਬੜੇ ਨਿਯਮ ਦੇ ਪੱਕੇ ਜੀ, ਉਹ ਨੁਕਸਾਨ ਤੇ ਬਰਦਾਸ਼ਤ ਕਰ ਲੈਂਦੇ, ਝੂਠ ਨਹੀਂ ਬੋਲਦੇ। ਮਹਾਰਾਜ ਕਹਿੰਦੇ ਧਰਮ ਦੀ ਕਿਰਤ ਕਰਦਿਆਂ ਝੂਠ ਨਹੀਂ ਬੋਲਣਾ। ਕਹਿੰਦੇ ਝੂਠ ਨਹੀਂ ਬੋਲਣਾ। ਉਹ ਅੱਜ ਕੱਲ੍ਹ ਤੇ ਸਿੱਧਾ ਹੀ ਕੰਮ ਹੈਗਾ ਜੀ। ਹਾਂਜੀ। ਚੀਜ਼ 100 ਦੀ ਆ ਤੇ 200 ਪਹਿਲਾਂ ਹੀ ਕਹਿ ਦੇਣਾ ਜੀ ਵੀ 200 ਦੀ ਆ ਜੀ। ਹਾਂਜੀ। ਤੇ ਉਹਨੇ ਜਿਹੜਾ ਖਰੀਦਣ ਵਾਲਾ ਉਹਨੇ ਕਹਿਣਾ ਨਹੀਂ 150 ਦੀ ਦਾ। ਹਾਂਜੀ। ਉਹਨੇ 150 ਦੀ ਨਹੀਂ ਲਾਉਣੀ ਜੀ। ਕਰਦਿਆਂ ਮਸਾਂ ਹੀ 160 ਰੁਪਏ ਤੇ ਫੈਸਲਾ ਹੋ ਜਾਂਦਾ ਜੀ। ਝੂਠ ਜੀ, ਬੜਾ ਝੂਠ ਚੱਲਦਾ। ਕੰਮ ਕਾਰ ਵਿੱਚ ਝੂਠ ਚੱਲਦਾ। ਮੈਂ ਐਸੇ ਬੰਦੇ ਵੇਖੇ ਆ, ਧਰਮਸ਼ਾਲਾ ਵਿੱਚ ਵੀ ਆਉਂਦੇ ਆ, ਪਰ ਕੰਮ ਕਾਰ ਕਰਦਿਆਂ ਝੂਠ ਬਹੁਤ ਬੋਲਦੇ ਨੇ ਜੀ। ਦੁਕਾਨਦਾਰੀ ਕਰਦਿਆਂ ਝੂਠ ਬਹੁਤ ਬੋਲਦੇ ਆ ਜੀ। ਫਿਰ ਕਹਿੰਦੇ ਸਾਡਾ ਬਣਿਆ ਨਹੀਂ ਕੁਛ ਵੀ। ਬਣੇਗਾ ਕਿਵੇਂ ਜੀ? ਦੁਕਾਨਦਾਰੀ ਕਰਦਿਆਂ ਬਹੁਤ ਝੂਠ ਬੋਲਦੇ ਜੀ। ਇਕੱਲੇ ਦੁਕਾਨਦਾਰੀ ਨਹੀਂ, ਹੋਰ ਵੀ ਜਿਹੜਾ ਕੋਈ ਕੰਮ ਕਰਦਾ ਨਾ ਜੀ, ਝੂਠ ਬੋਲਦੇ ਆ ਜੀ। ਤੇ ਚੇਤਾ ਰੱਖਿਓ, ਝੂਠ ਬੋਲ ਕੇ ਠੀਕ ਹੈ, ਥੋੜ੍ਹੇ ਬਹੁਤੇ ਪੈਸੇ ਵੱਧ ਆ ਜਾਂਦੇ ਆ, ਪਰ ਉਹ ਪੈਸੇ ਦੁੱਖ ਦਾ ਹੀ ਕਾਰਨ ਬਣਦੇ ਆ ਜੀ। ਕਿਰਤ ਦੀ ਕਮਾਈ ਥੋੜ੍ਹੀ ਵੀ ਹੋਵੇ ਨਾ, ਕਿਰਤ ਦੀ ਕਮਾਈ ਥੋੜ੍ਹੀ ਹੋਵੇ, ਤਨਖਾਹ ਥੋੜ੍ਹੀ ਵੀ ਹੋਵੇ, ਉਹਦੇ 'ਚ ਬਰਕਤ ਪੈਂਦੀ ਜੇ। ਤੇ ਝੂਠ ਤੇ ਠੱਗੀ ਦੇ ਪੈਸੇ ਬਹੁਤੇ ਵੀ ਹੋਣ ਨਾ ਜੀ, ਉਹਨਾਂ 'ਚ ਬਰਕਤ ਨਹੀਂ ਪੈਂਦੀ ਜੀ। ਬਰਕਤ ਨਹੀਂ ਪੈਂਦੀ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਸਿੱਖਾਂ ਨੂੰ ਕਹਿੰਦੇ, ਮਹਾਰਾਜ ਕਹਿੰਦੇ ਜਿੱਥੇ ਧਰਮਸ਼ਾਲਾ 'ਚ ਜਾਣਾ, ਬਾਣੀ ਪੜ੍ਹਨੀ, ਬਾਣੀ ਸੁਣਨੀ, ਕਿਰਤ ਧਰਮ ਦੀ ਕਰਨੀ, ਤੇ ਉਹਦੇ ਵਿੱਚ ਝੂਠ ਨਹੀਂ ਹੋਣਾ ਚਾਹੀਦਾ। ਹਾਂਜੀ। ਪੁੰਨ ਰਹਿਰਾਸ ਸਮੇਂ ਜਬ ਲਹੀਐ। ਫਿਰ ਰਹਿਰਾ ਸਾਹਿਬ ਦਾ ਸਮਾਂ ਜਦੋਂ ਹੁੰਦਾ, ਮਹਾਰਾਜ ਕਹਿੰਦੇ। ਹਾਂਜੀ। ਜਾਮ ਨਿਸਾ ਲਗ ਕੀਰਤਨ ਕਰੀਐ। ਰਹਿਰਾ ਸਾਹਿਬ ਦਾ ਪਾਠ ਕਰੋ ਤੇ ਇੱਕ ਪੈਰ ਰਾਤ ਤੱਕ ਕੀਰਤਨ ਕਰੋ। ਸਵੇਰ ਦਾ ਸਮਾਂ ਤੇ ਸ਼ਾਮ ਦਾ ਸਮਾਂ, ਰਹਿਰਾ ਸਾਹਿਬ ਦਾ ਸਮਾਂ। ਸਿਆਣੇ ਬੰਦੇ ਕੋਸ਼ਿਸ਼ ਕਰਦੇ ਆ ਇਸ ਸਮੇਂ ਨਾ ਬਹੁਤਾ ਬੋਲਿਆ ਜਾਵੇ ਤੇ ਨਾ ਖਾਧਾ ਪੀਤਾ ਜਾਵੇ ਜੀ। ਬਹੁਤਾ ਸਮਾਂ ਰੱਬ ਦੀ ਯਾਦ 'ਚ ਹੀ ਲੰਘੇ ਜੀ। ਹਾਂਜੀ। ਅੰਤ ਸੋਹਿਲਾ ਪੜ੍ਹਬੋ ਲਹੀਐ। ਤੇ ਮਹਾਰਾਜ ਕਹਿੰਦੇ ਫਿਰ ਰਾਤ ਨੂੰ ਨਾ ਸੌਣ ਤੋਂ ਪਹਿਲਾਂ ਸੋਹਿਲਾ ਜੀ ਦਾ ਪਾਠ ਕਰਨਾ ਕਹਿਣ ਲੱਗੇ। ਪਾਠ ਕਰਨਾ ਸੋਹਿਲਾ ਜੀ ਦਾ।
ਹਾਂਜੀ। ਜਾਮ ਨਿਸਾ ਤੇ ਕਰੋ ਇਸ਼ਨਾਨ। ਫੇਰ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਇਸ਼ਨਾਨ ਕਰ ਲੈਣਾ। ਪਠੋ ਕੰਠ ਬਾਣੀ ਸੁਖ ਖਾਨ। ਤੇ ਮਹਾਰਾਜ ਕਹਿਣ ਲੱਗੇ ਫਿਰ ਬਾਣੀ ਨੂੰ ਜ਼ੁਬਾਨੀ ਯਾਦ ਕਰਕੇ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਹੈ ਜੀ। ਕੱਲ ਪਰਸੋਂ ਇੱਕ ਸਿੰਘ ਨਿਤਨੇਮੀ ਪਿਆਰ ਵਾਲੇ ਜੀਵਨ ਵਾਲੇ ਸਿਮਰਨ ਵਾਲੇ ਮੇਰੇ ਕੋਲ ਬੈਠੇ, ਉਹ ਕਹਿਣ ਲੱਗੇ ਵੀ ਜੋ ਅੰਮ੍ਰਿਤ ਵੇਲੇ ਦਾ ਨਜ਼ਾਰਾ ਉਹ ਅੰਮ੍ਰਿਤ ਵੇਲੇ ਦਾ ਹੀ ਹੈ। ਬਾਕੀ ਸਮੇਂ ਵੀ ਚੰਗੇ ਆ ਸਾਰੇ, ਪਰ ਜੋ ਅੰਮ੍ਰਿਤ ਵੇਲੇ ਗੁਰੂ ਜੀ ਦੀ ਬਖਸ਼ਿਸ਼ ਮਿਹਰ ਕਿਰਪਾ ਵਰਤਦੀ ਹੈ ਉਹ ਅੰਮ੍ਰਿਤ ਵੇਲੇ ਹੀ ਵਰਤਦੀ ਹੈ। ਉਂਝ ਆਪਾਂ ਹੁਣ ਮਹਾਰਾਜ ਮਿਹਰ ਕਰਨ ਪ੍ਰੋਗਰਾਮ ਬਣਾਵਾਂਗੇ 25, 26 ਤੇ 27, ਇਹ 3 ਦਿਨ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅੰਮ੍ਰਿਤ ਵੇਲੇ ਵੀ ਜ਼ਰੂਰ ਕੋਈ ਨਾ ਕੋਈ ਪ੍ਰੋਗਰਾਮ ਬਣਾਵਾਂਗੇ ਜੀ। 5 ਬਾਣੀਆਂ ਦਾ ਨਿਤਨੇਮ ਸਾਰੀ ਸੰਗਤ ਇਕੱਠਿਆਂ ਹੀ ਕਰੇ ਅੰਮ੍ਰਿਤ ਵੇਲੇ ਜੀ। ਹਾਂਜੀ, ਸਾਹਿਬਜ਼ਾਦਿਆਂ ਦੇ ਦਿਨ ਆ ਰਹੇ ਆ, ਇਹ 24, 25, 26, 27 ਇਹ ਉਹ ਰਾਤਾਂ ਨੇ ਸੰਗਤ ਜੀ ਜਦੋਂ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਰਾਤਾਂ ਕੱਟੀਆਂ ਜੀ। ਹਾਂਜੀ, ਤੇ ਠੰਡੇ ਬੁਰਜ ਵਿੱਚ ਵੀ ਉਹਨਾਂ ਨੇ ਅੰਮ੍ਰਿਤ ਵੇਲਾ ਕੀਤਾ, ਅੰਮ੍ਰਿਤ ਵੇਲੇ ਨਾਮ ਜਪਿਆ। ਆਪਾਂ ਕੋਸ਼ਿਸ਼ ਕਰਾਂਗੇ ਸਾਰੀ ਸੰਗਤ ਵੀ ਉਹ 3 ਦਿਨ ਅੰਮ੍ਰਿਤ ਵੇਲੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ 5 ਬਾਣੀਆਂ ਦੇ ਪਾਠ ਤੇ ਗੁਰਮੰਤਰ ਦਾ ਸਿਮਰਨ ਕੀਤਾ ਜਾਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਜ਼ਰੂਰ ਉਦਮ ਕਰਿਓ ਸਾਰੇ ਜੀ। ਹਾਂਜੀ, ਸਾਹਿਬਜ਼ਾਦਿਆਂ ਦੇ ਨਾਮ ਤੇ। ਮੈਨੂੰ ਪਤਾ ਕਈ ਸਰੀਰ ਬਜ਼ੁਰਗ ਵੀ ਨੇ, ਪਰ ਚੇਤਾ ਰੱਖੋ ਮਾਤਾ ਗੁਜਰੀ ਜੀ 80 ਸਾਲਾਂ ਦੇ ਹੈਗੇ ਜੀ। ਸਾਰਾ ਸਾਲ ਨਹੀਂ ਅਸੀਂ ਤੁਹਾਨੂੰ ਕਹਿੰਦੇ ਜੀ, ਸਾਰਾ ਸਾਲ ਨਹੀਂ ਕਹਿੰਦੇ, ਸਿਰਫ ਉਹ 3 ਦਿਨ ਜਦੋਂ ਉਹਨਾਂ ਨੇ ਠੰਡੇ ਬੁਰਜ ਵਿੱਚ ਠੱਤ ਦੀ ਠੰਡ ਵਿੱਚ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਨਾਮ ਜਪਿਆ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹੁਣ ਅੱਗੋਂ ਕਥਾ ਸੁਣੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਾਮ ਨਿਸਾ ਤੇ ਕਰਹੁ ਇਸ਼ਨਾਨ, ਪਠਹੁ ਕੰਠ ਬਾਣੀ ਸੁਖ ਖਾਨ। ਬਾਣੀ ਸੁੱਖਾਂ ਦੀ ਖਾਣ ਤੇ ਜਾਮ ਨਿਸ਼ਾ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠ ਕੇ ਜ਼ੁਬਾਨੀ ਬਾਣੀ ਪੜ੍ਹਨੀ ਕਹਿਣ ਲੱਗੇ। ਹਾਂਜੀ, ਸ਼ੁੱਧਿਤ ਨਗਨ ਸਿੱਖ ਦੇਖੋ ਜੋਏ। ਮਹਾਰਾਜ ਗਰੀਬ ਨਵਾਜ ਕਹਿੰਦੇ ਫਿਰ ਕੋਈ ਸਿੱਖ ਭੁੱਖਾ ਵੇਖੋ, ਵੇਖੋ ਉਹਦੇ ਕੋਲ ਕੱਪੜੇ ਨਹੀਂ ਹੈਗੇ। ਹਾਂਜੀ, ਭੋਜਨ ਵਸਤਰ ਦੇਹੋ ਸੁਖ ਹੋਏ। ਛਕਣ ਵਾਸਤੇ ਭੋਜਨ ਤੇ ਵਸਤਰ ਦੂਜਿਆਂ ਨੂੰ ਦਿਆ ਕਰੋ, ਬਹੁਤ ਸੁੱਖ ਮਿਲੇਗਾ ਜੀ, ਬਹੁਤ ਸੁੱਖ ਮਿਲੇਗਾ। ਸੰਗਤ ਜੀ, ਕੱਪੜੇ ਦਾ ਦਾਨ ਕਰਨਾ ਤੇ ਭੋਜਨ ਦਾ ਦਾਨ ਕਰਨਾ, ਇਹਦਾ ਤਾਂ ਇੰਨਾ ਜ਼ਿਆਦਾ ਮਹੱਤਵ ਹੈ ਕਿ ਕਹਿਣ ਕਥਨ ਤੋਂ ਬਾਹਰ ਹੈਗਾ ਹੈ ਜੀ। ਹਾਂਜੀ, ਪੁਰਬ ਅਮੱਸਿਆ ਅਰ ਸੰਗਰਾਂਦ। ਫਿਰ ਮਹਾਰਾਜ ਕਹਿੰਦੇ ਮੱਸਿਆ ਵਾਲੇ ਦਿਨ ਤੇ ਸੰਗਰਾਂਦ ਵਾਲੇ ਦਿਨ। ਸਵੇਰੇ ਕੀ ਹੈ? ਸੰਗਰਾਂਦ। ਮਹਾਰਾਜ ਕਹਿੰਦੇ ਮੱਸਿਆ ਵਾਲੇ ਦਿਨ, ਸੰਗਰਾਂਦ ਵਾਲੇ ਦਿਨ, ਦੀਪਮਾਲ ਬੈਸਾਖੀ ਆਦ। ਦੀਵਾਲੀ ਹੋਵੇ, ਵੈਸਾਖੀ ਹੋਵੇ, ਗੁਰ ਕੀ ਕਾਰ ਇਕੱਤਰ ਕਰੀਜੈ। ਫਿਰ ਮਾਇਆ ਇਕੱਠੀ ਕਰਿਆ ਕਰੋ। ਹਾਂਜੀ, ਤਬ ਪੰਚਾਮ੍ਰਿਤ ਕਰ ਵਰਤੀਜੈ। ਤੇ ਫਿਰ ਖੁੱਲਾ ਕੜਾ ਪ੍ਰਸ਼ਾਦ ਵਰਤਾਇਆ ਕਰੋ। ਕਰਦੇ ਨਾ ਜੀ ਸੰਗਰਾਂਦ ਤੇ ਗਰਾਈ ਦੀ ਮਾਇਆ ਇਕੱਠੀ ਕਰਦੇ। ਇਹ ਪੁਰਾਣੀਆਂ ਹੀ ਮਰਿਆਦਾਵਾਂ ਬਣੀਆਂ ਜੀ, ਇਹ ਹੁਣ ਦੀਆਂ ਨਹੀਂ ਬਣੀਆਂ ਜੀ। ਤੇ ਫਿਰ ਕੜਾਹ ਪ੍ਰਸ਼ਾਦ ਸੰਗਰਾਂਦ ਤੇ ਸੰਗਤਾਂ ਵੀ ਖੁੱਲਾ ਲੈਂਦੀਆਂ ਨੇ ਜੀ। ਸੰਗਰਾਂਦ ਦਾ ਪ੍ਰਸ਼ਾਦ ਵਿਸ਼ੇਸ਼ ਹੁੰਦਾ ਜੀ। ਇਹ ਮਹਾਰਾਜ ਦਾ ਹੁਕਮ ਹੈ ਜੀ। ਧਰਮਸ਼ਾਲਾ ਵਿੱਚ ਸੰਗਰਾਂਦ ਨੂੰ, ਮੱਸਿਆ ਨੂੰ, ਦੀਵਾਲੀ ਨੂੰ, ਵਿਸਾਖੀ ਨੂੰ ਖੁੱਲਾ ਕੜਾਹ ਪ੍ਰਸ਼ਾਦ ਬਣਾਉਣਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ। ਹਾਂਜੀ, ਤਜ ਹਉਮੈ ਧਾਰੋ ਮਨ ਨੀਵਾ। ਹਾਂਜੀ, ਇਮ ਸਤ ਸੰਗ ਕਰੋ ਸਦੀਵਾ। ਹਉਮੈ ਛੱਡ ਕੇ ਨਿਮਰਤਾ ਧਾਰਨ ਕਰਕੇ ਫਿਰ ਸੰਗਤ ਕਰਨੀ ਹੈ, ਸੰਗਤ ਕਰਨੀ ਹੈ। ਬਾਣੀ ਦੇ ਉਪਦੇਸ਼ ਨੂੰ ਮੰਨਣਾ। ਮਹਾਰਾਜ ਕਹਿੰਦੇ ਵੇਖ ਲਓ ਕੰਮ ਬੜੇ ਸੌਖੇ ਸੌਖੇ ਹੈ।
ਜੇ ਸੰਗਤ ਜੀ ਗੁਰੂ ਸਾਡੇ ਤੇ ਮਿਹਰ ਕਰੇ ਜੀ, ਮਾਣ ਨਹੀਂ ਕਰਨਾ। ਇੱਕ ਸਿੰਘ ਮੈਨੂੰ ਗੁਰਮੁਖ ਪਿਆਰੇ ਕਹਿਣ ਲੱਗੇ, ਕਹਿੰਦੇ ਮੈਂ 15 ਕੁ ਦਿਨ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਜੀ ਦੇ ਚਰਨਾਂ 'ਚ ਗਿਆ, ਤੇ ਮੈਨੂੰ ਇੱਕ ਸਿੰਘ ਨੇ ਪੁੱਛਿਆ ਵੀ ਤੂੰ ਅੱਜ ਕੱਲ੍ਹ ਸ਼ਾਮ ਨੂੰ ਨਹੀਂ ਆਉਂਦਾ? ਕਹਿੰਦੇ ਮੈਂ ਉਹਨੂੰ ਕਹਿ ਦਿੱਤਾ ਵੀ ਮੈਂ ਅੰਮ੍ਰਿਤ ਵੇਲੇ ਜਾਂਦਾ ਹੁੰਦਾ ਗੁਰਦੁਆਰੇ। ਕਹਿੰਦੇ ਕਹਿਣ ਦੀ ਦੇਰ ਹੈ, ਉਸ ਦਿਨ ਤੋਂ ਬਾਅਦ ਅਗਲੇ ਦਿਨ ਅੰਮ੍ਰਿਤ ਵੇਲੇ ਗੁਰਦੁਆਰੇ ਪਹੁੰਚਿਆ ਹੀ ਨਹੀਂ ਗਿਆ। ਮੂੰਹੋਂ ਬੋਲਿਆ ਗਿਆ, ਪਹੁੰਚਿਆ ਹੀ ਨਹੀਂ ਗਿਆ। ਇੱਥੇ ਕੁਝ ਨਹੀਂ ਪਤਾ ਲੱਗਦਾ ਸੰਗਤ ਜੀ। ਹਾਂਜੀ, ਤਜ ਹਉ ਮੈਂ ਧਾਰੋ ਮਨ ਨੀਵਾ। ਹਾਂਜੀ, ਅਰਥ ਹੋ ਗਏ ਹਨ। ਪਰੀ ਕੂਪ ਮੈਂ ਜਾਏ ਬਿਲਾਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਦੇ ਬਾਰੇ ਵੀ ਕਥਾ ਸੁਣ ਲਓ। ਇੱਕ ਖੂਹ ਦੇ ਵਿੱਚ ਬਿੱਲੀ ਪੈ ਕੇ ਤੇ ਮਰ ਗਈ, ਕਹਿਣ ਲੱਗੇ ਖੂਹ ਹੀ ਪਾਣੀ ਦਾ, ਉਹਦੇ 'ਚ ਬਿੱਲੀ ਚਲੇਗੀ ਤੇ ਬਿੱਲੀ ਮਰ ਗਈ ਜੀ ਡੁੱਬ ਕੇ। ਕਿਮ ਪਵਿੱਤਰ ਹੋਏ ਪੁੱਛਿਓ ਜਾਈ। ਹੁਣ ਉਸ ਖੂਹ ਚੋਂ ਬਿੱਲੀ ਦੀ ਬਦਬੂ ਆਉਣ ਲੱਗ ਪਈ ਜੀ। ਬਿੱਲੀ ਤੇ ਚੂਹਾ, ਇਹ ਦੋ ਚੀਜ਼ਾਂ, ਦੋ ਜਣੇ ਮਰਨ ਨਾ ਜੀ ਤੇ ਬੜੀ ਭੈੜੀ ਬਦਬੂ ਆਉਂਦੀ ਜੀ ਇਹਨਾਂ ਦੀ ਜੀ। ਉਹ ਖੂਹ ਦੇ ਪਾਣੀ ਚੋਂ ਬਦਬੂ ਆਉਣ ਲੱਗ ਪਈ। ਪਿੰਡ ਦੇ ਲੋਕਾਂ ਸੋਚਿਆ ਵੀ ਖੂਹ ਪਵਿੱਤਰ ਕਿਵੇਂ ਕਰੀਏ, ਇਹਦੇ ਵਿੱਚ ਬਿੱਲੀ ਮਰ ਗਈ ਹੈ। ਹਾਂਜੀ, ਪੰਡਤ ਕਹਿਓ ਕਾਢ ਮੰਜਾਰੀ। ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਸਿਆਣੇ ਬੰਦੇ ਕੋਲ ਗਏ। ਮਹਾਰਾਜ ਕਹਿੰਦੇ ਸਿਆਣੇ ਕੋਲ ਗਏ ਤੇ ਉਸ ਸਿਆਣੇ ਪੰਡਤ ਵਿਦਵਾਨ ਨੂੰ ਪੁੱਛਿਆ ਵੀ ਵਾਹਿਗੁਰੂ ਖੂਹ ਕਿਵੇਂ ਪਵਿੱਤਰ ਕਰੀਏ? ਉਹ ਕਹਿਣ ਲੱਗਾ ਵੀ ਬਿੱਲੀ ਕੱਢਿਓ ਪਹਿਲਾਂ ਵਿੱਚੋਂ। ਹਾਂਜੀ, ਬਾਹਰ 1000 ਡੋਲ ਕੱਢ ਬਾਰੀ। ਤੇ 1000 ਡੋਲ ਗਿਣ ਕੇ ਪਾਣੀ ਦਾ ਖੂਹ ਚੋਂ ਕੱਢ ਕੇ ਬਾਹਰ ਸੁੱਟ ਦੇਣਾ, ਕਹਿਣ ਲੱਗੇ। ਹਾਂਜੀ, ਹੋਏ ਪਵਿੱਤਰ ਸੁਣ ਕੇ ਨਰ ਗਇਓ। ਪਵਿੱਤਰ ਹੋ ਜਾਏਗਾ ਖੂਹ। ਇਹ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਿੰਡ ਦੇ ਬੰਦੇ ਖੂਹ ਕੋ ਚਲੇ ਗਏ ਜੀ। ਕੱਢਣ ਬਿਲਾਈ ਭੂਲਤ ਭਇਓ। 1000 ਡੋਲ ਪਾਣੀ ਦਾ ਬਾਹਰ ਕੱਢਣਾ, ਇਹ ਗੱਲ ਦਾ ਤਾਂ ਚੇਤਾ ਰਿਹਾ, ਪਰ ਇਹ ਗੱਲ ਦਾ ਚੇਤਾ ਭੁੱਲ ਗਿਆ ਵੀ ਬਿੱਲੀ ਵੀ ਕੱਢਣੀ ਹੈ ਵਿੱਚੋਂ ਦੀ। ਇਹ ਗੱਲ ਦਾ ਚੇਤਾ ਭੁੱਲ ਗਿਆ, ਅਸਲੀ ਗੱਲ ਦਾ ਚੇਤਾ ਭੁੱਲ ਗਿਆ ਜੀ। ਬਿੱਲੀ ਕਰਕੇ ਹੀ ਬਦਬੂ ਹੈ ਨਾ ਜੀ। ਹਾਂਜੀ, ਜਲ ਨਿਕਾਸ ਬਹੁ ਗੰਧ ਨ ਗਈ। ਬੜਾ ਪਾਣੀ ਸੰਗਤ ਜੀ ਕੱਢਿਆ, 1000 ਡੋਲ ਕੱਢਤਾ, ਤੇ ਫਿਰ ਜਦੋਂ ਡੋਲੂ ਕੱਢਿਆ ਨਾ ਪਾਣੀ ਦਾ, ਤੇ ਪਾਣੀ ਚੋਂ ਬਦਬੂ ਆ ਰਹੀ ਸੀਗੀ ਜੀ। ਬਦਬੂ ਉਵੇਂ ਹੀ ਆ ਰਹੀ ਸੀਗੀ। ਪੰਡਤ ਨਿਕਟ ਜਾਏ ਸੁਧ ਦਈ। ਉਹ ਇਕੱਠੇ ਹੋ ਕੇ ਪੰਡਤ ਕੋ ਗਏ ਵੀ ਗੱਲ ਤੇ ਬਣੀ ਨਹੀਂ। ਹਾਂਜੀ, ਨਹਿ ਪਾਵਨ ਸੋ ਕੂਪ ਪਇਓ ਹੈ। ਕਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਥਾ ਸੁਣਾ ਰਹੇ। ਉਹ ਕਹਿੰਦੇ ਪੰਡਤ ਜੀ ਉਹ ਖੂਹ ਤੇ ਸਾਫ ਸੁਥਰਾ ਨਹੀਂ ਹੋਇਆ, ਪਵਿੱਤਰ ਨਹੀਂ ਹੋਇਆ। ਹਾਂਜੀ, ਨੀਰ ਨਿਕਾਸਨ ਅਧਿਕ ਕੀਓ ਹੈ। ਬੜਾ ਪਾਣੀ ਕੱਢਿਆ, ਬੜਾ ਪਾਣੀ ਕੱਢਿਆ, ਪਾਣੀ ਤਜੇ ਵੀ ਬਦਬੂ ਮਾਰ ਰਿਹਾ। ਸੁਨ ਪੰਡਿਤ ਨੇ ਪੁਨੋ ਬਖਾਨੀ। ਪੰਡਤ ਨੇ ਫੇਰ ਇਹ ਗੱਲ ਅੱਗੋਂ ਆਖੀ। ਹਾਂਜੀ, ਕੱਢੋ ਲਸ਼ ਡੋਲ ਭਰ ਪਾਣੀ। ਕਹਿੰਦੇ ਕੋਈ ਗੱਲ ਨਹੀਂ, ਥੋੜੇ ਜਿਹੇ ਡੋਲ ਪਾਣੀ ਦੇ ਹੋਰ ਕੱਢੋ ਬਾਹਰ, ਹੋਰ ਪਾਣੀ ਖੂਹ ਚੋਂ ਬਾਹਰ ਕੱਢ ਦਿਓ। ਹਾਂਜੀ, ਪੁੰਨ ਦੁਰਗੰਧ ਲਖੀ ਜਲ ਮਾਹੀ। ਉਹ ਫੇਰ ਗਏ ਜੀ, ਫੇਰ ਕੱਢਣ ਲੱਗੇ ਡੋਲ ਪਾਣੀ ਦੇ, ਕਰਦਿਆਂ ਕਰਦਿਆਂ ਖੂਹ ਚੋਂ ਫੇਰ ਪਾਣੀ ਕਿੰਨਾ ਹੀ ਬਾਹਰ ਕੱਢਤਾ। ਪੁੰਨ ਦੁਰਗੰਧ ਲਖੀ ਜਲ ਮਾਹੀ। ਫਿਰ ਕਹਿੰਦੇ ਹੁਣ ਪਾਣੀ ਪੀ ਕੇ ਵੇਖੀਏ ਸਾਫ਼ ਆ ਗਿਆ ਹੋਏਗਾ, ਤੇ ਪਾਣੀ ਪੀਣ ਲੱਗੇ ਤੇ ਬਦਬੂ ਫੇਰ ਉਵੇਂ ਦੀ ਉਵੇਂ ਜੀ। ਹਾਂਜੀ, ਨਹਿ ਪੁਨੀਤ ਕਹਿ ਪੰਡਤ ਪਾਹੀ। ਉਹ ਫੇਰ ਆਏ ਪੰਡਤ ਜੀ ਕੋ। ਮਹਾਰਾਜ ਕਹਿੰਦੇ ਪੰਡਤ ਜੀ ਉਹ ਪਾਣੀ ਨਹੀਂ ਤੇ ਸਾਫ਼ ਹੋਇਆ। ਹਾਂਜੀ, ਸੁਨ ਪੰਡਿਤ ਚਲ ਕੂਪ ਨਿਹਾਰ। ਉਹ ਪੰਡਿਤ ਫਿਰ ਆਪ ਹੈਰਾਨ ਹੋਇਆ ਵੀ ਮੈਂ ਆਪ ਜਾ ਕੇ ਵੇਖਦਾ ਖੂਹ ਚੋਂ ਵੀ ਪਾਣੀ ਸਾਫ਼ ਹੋ ਜਾਣਾ ਚਾਹੀਦਾ ਸੀ ਹੁਣ ਨੂੰ। ਬੀਚ ਪਰੀ ਤਿਮ ਹੀ ਮੰਝਾਰ। ਤੇ ਸਾਧ ਸੰਗਤ ਜੀ ਜਦੋਂ ਪੰਡਿਤ ਨੇ ਵੇਖਿਆ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹ ਕੀ ਵੇਖਦਾ ਵੀ ਬਿੱਲੀ ਤੇ ਉਵੇਂ ਵਿੱਚ ਪਈ ਸੀਗੀ ਜੀ, ਜਿਹਦੇ ਕਰਕੇ ਪਾਣੀ ਮੈਲਾ ਹੋ ਰਿਹਾ ਸੀਗਾ, ਜਿਹਦੇ ਕਰਕੇ ਬਦਬੂ ਆ ਰਹੀ ਸੀਗੀ। ਕਹਿਤ ਪਇਓ ਇਹ ਕਿਆ ਤੁਮ ਕੀਨੀ। ਉਹ ਪੰਡਤ ਕਹਿਣ ਲੱਗਾ ਵੀ ਇਹ ਕੀ ਕੀਤਾ ਜੇ, ਖੂਹ ਅੱਧਾ ਕਰ ਦਿੱਤਾ ਜੇ ਪਾਣੀ ਕੱਢ ਕੱਢ ਕੇ। ਹਾਂਜੀ, ਮਿਰਤਕ ਬਿਲਾਈ ਵਿੱਚ ਰੱਖ ਲੀਨੀ। ਉਹ ਮਰੀ ਹੋਈ ਬਿੱਲੀ ਤਾਂ ਵਿੱਚ ਹੀ ਰਹਿਣ ਦਿੱਤੀ ਐ,
ਜਿਹਦੇ ਕਰਕੇ ਬਦਬੂ ਹੈ ਉਹ ਤਾਂ ਵਿੱਚ ਹੀ ਹੈ। ਹਾਂਜੀ, ਜੋ ਲਗ ਸਹਿ ਨਿਕਾਸੋ ਨਾਹੀ। ਜਿੰਨਾ ਚਿਰ ਤੱਕ ਤੁਸੀਂ ਇਹਨੂੰ ਨਹੀਂ ਨਾ ਬਾਹਰ ਕੱਢਦੇ, ਕਿਮ ਪਾਵਨਤਾ ਹੋਏ ਜਲ ਮਾਹੀ। ਉਹਨਾਂ ਚਿਰ ਤੱਕ ਪਾਣੀ ਪਵਿੱਤਰ ਕਿਵੇਂ ਹੋ ਜਾਵੇਗਾ? ਪਾਣੀ ਮੈਲਾ ਹੀ ਰਹੇਗਾ, ਪਾਣੀ ਬਦਬੂ ਵਾਲਾ ਹੀ ਰਹੇਗਾ। ਹਾਂਜੀ, ਤਿਮ ਜਾਨੋ ਤਨ ਹਉਮੈ ਬੁਰੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਉਹ ਖੁਸ਼ ਹੋਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਬੜੇ ਖੁਸ਼ ਹੋਏ ਜੀ। ਕਹਿੰਦੇ ਮਹਾਰਾਜ ਇਹ ਤੇ ਗੱਲ ਸੱਚੀ। ਮਹਾਰਾਜ ਕਹਿੰਦੇ ਹੁਣ ਇਹ ਦ੍ਰਿਸ਼ਟਾਂਤ ਸੀ, ਅਗਲੀ ਗੱਲ ਸਮਝਿਓ। ਜਿਵੇਂ ਖੂਹ 'ਚ ਬਿੱਲੀ ਪਈ ਹੈ, ਪਾਣੀ ਕੱਢੀ ਜਾਓ, ਬਦਬੂ ਆਈ ਗਈ। ਜਿੰਨਾ ਚਿਰ ਬਿੱਲੀ ਨਹੀਂ ਨਿਕਲੀ ਪਾਣੀ 'ਚੋਂ ਬਦਬੂ ਨਹੀਂ ਨਿਕਲੀ ਜੀ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਰੀਰ ਵੀ ਖੂਹ ਹੀ ਹੈ। ਕਹਿਣ ਲੱਗੇ ਖੂਹ ਦੇ ਵਿੱਚ ਮਰੀ ਬਿੱਲੀ ਪਈ ਸੀ ਨਾ ਤੇ ਬਦਬੂ ਆਉਂਦੀ ਸੀ। ਇਹ ਸਰੀਰ ਦੇ ਖੂਹ ਵਿੱਚ ਕਹਿਣ ਲੱਗੇ ਹਉਮੈ ਬਿੱਲੀ ਬਣ ਕੇ ਬੈਠੀ। ਕਹਿਣ ਲੱਗੇ ਉਹ ਵੀ ਮਰੀ ਹੋਈ। ਜਿੰਨਾ ਚਿਰ ਤੱਕ ਇਹ ਨਹੀਂ ਨਾ ਨਿਕਲਣੀ ਉਹਨਾਂ ਚਿਰ ਤੱਕ ਗੱਲ ਨਹੀਂ ਬਣਨੀ। ਹਾਂਜੀ, ਅਣ ਹੋਵਤ ਜੋ ਤਨ ਮੈਂ ਧਰੀ। ਜਬ ਲਗ ਇਸ ਹੈ ਵਿਸਾਰੋ ਨਾਹੀ। ਮਹਾਰਾਜ ਕਹਿੰਦੇ ਭਾਈ ਪਿਆਰਿਓ, ਜਿੰਨਾ ਚਿਰ ਤੱਕ ਇਹਨੂੰ ਨਹੀਂ ਵਿਸਾਰਦੇ ਤਬ ਲਗ ਸੰਸੈ ਮੁਕਤੀ ਮਾਹੇ। ਉਹਨਾਂ ਚਿਰ ਤੱਕ ਸ਼ੱਕ ਹੀ ਆ ਵੀ ਮੁਕਤੀ ਨਹੀਂ ਮਿਲਦੀ ਜੀ। ਉਹਨਾਂ ਚਿਰ ਤੱਕ ਨਹੀਂ ਗੱਲ ਬਣਦੀ ਜੀ। ਇਹ ਬੜੀ ਵੱਡੀ ਖੇਡ ਹੈਗੀ ਜੀ। ਕਈ ਵਾਰੀ ਬੰਦਾ ਯਤਨ ਵੀ ਕਰਦਾ, ਪਰ ਮੈਂ ਸਿੱਧਾ ਜਿਹਾ ਤਰੀਕਾ ਤੁਹਾਨੂੰ ਬੇਨਤੀ ਕਰਾਂ, ਇਸ ਕੰਮ ਤੋਂ ਬਚਣ ਦੇ ਇੱਕੋ ਹੀ ਹੱਲ ਹੈ, ਉਹ ਹੈ ਸਤਿਗੁਰੂ ਅੱਗੇ ਤਰਲਾ ਜੀ। ਸਤਿਗੁਰੂ ਅੱਗੇ ਤਰਲਾ। ਮਾਇਆ ਮਮਤਾ ਕਰਤੈ ਲਾਈ। ਮੋਣੀ ਵੀ ਹੈਗੀ ਹੈ, ਕਰਤੈ ਲਾਈ ਜੀ। ਹਾਂਜੀ, ਇਹ ਮਾਇਆ ਬੰਦੇ ਨੂੰ ਕਿੰਨੇ ਲਾਈ ਜੀ? ਰੱਬ ਨੇ ਲਾਈ ਜੀ। ਹੁਣ ਰੱਬ ਨੇ ਜਿਹੜੀ ਚੀਜ਼ ਲਾਈ ਹੈ, ਬੰਦਾ ਉਹਦੇ ਤੋਂ ਮੁਕਤ ਕਿਵੇਂ ਹੋਏਗਾ ਜੀ? ਹੋ ਸਕਦਾ ਜੀ? ਨਹੀਂ ਹੋ ਸਕਦਾ ਜੀ। ਇਹ ਰੱਬ ਨੇ ਹੀ ਲਾਈ ਮਾਇਆ ਜੀ। ਹਾਂਜੀ, ਇਹ ਦੂਈ ਸਾਜੀ ਮਾਇਆ ਮਹਾਰਾਜ ਨੇ। ਹੁਣ ਪਰਮੇਸ਼ਰ ਨੇ ਲਾਈ ਹੋਈ ਮਾਇਆ ਤੇ ਪਰਮੇਸ਼ਰ ਹੀ ਇਹਦੇ ਤੋਂ ਛੁਡਾ ਸਕਦਾ, ਬੰਦੇ ਨਹੀਂ, ਆਪ ਨਹੀਂ ਛੁੱਟ ਸਕਦੇ ਜੀ। ਹਉਮੈ ਬੜੀ ਤੇ ਐਵੇਂ ਥੋੜੀ ਹੈਗੀ ਜੀ ਵੀ ਇਹ 1 ਮਿੰਟ 'ਚ ਚੱਲ ਜੂਗੀ। ਇਹ ਬੜਾ ਸਾਥ ਛੱਡਦੀ ਨਹੀਂ ਛੇਤੀ ਜੀ। ਮਾਇਆ ਮਮਤਾ ਕਰਤੈ ਲਾਈ। ਤੇ ਜੇ ਕਰਤੇ ਨੇ ਲਾਈ ਹੈ ਨਾ, ਤੇ ਜਿਹੜੀ ਚੀਜ਼ ਰੱਬ ਨੇ ਲਾਈ ਦੱਸੋ ਬੰਦਾ ਕਿਵੇਂ ਛਡਾਏਗਾ ਜੀ? ਇਹ ਤਾਂ ਫਿਰ ਰੱਬ ਹੀ ਮਿਹਰ ਕਰੂ। ਤੇ ਇਹਦੇ ਤੋਂ ਛੁੱਟਣ ਵਾਸਤੇ ਇੱਕੋ ਹੀ ਕੰਮ 'ਚ ਨਾਲ ਨਾਲ ਨਾਮ ਜਪੋ ਤੇ ਨਾਲ ਨਾਲ ਤਰਲੇ ਹੀ ਲਈ ਚੱਲੋ ਜੀ। ਗਰੀਬ ਨਵਾਜ ਹਮ ਅਪਰਾਧੀ ਸਦ ਭੂਲਤੇ। ਹਮ ਅਪਰਾਧੀ ਸਦ ਭੂਲਤੇ। ਹਮ ਅਪਰਾਧੀ ਸਦ ਭੂਲਤੇ। ਹਮ ਅਪਰਾਧੀ ਸਦ ਭੂਲਤੇ। ਤੁਮ ਬਖਸ਼ਨਹਾਰੇ। ਤੁਮ ਬਖਸ਼ਨਹਾਰੇ। ਇਹ ਬੜਾ ਔਖਾ ਕੰਮ ਜੀ। ਹਾਂਜੀ, ਮਹਾਰਾਜ ਜੀ ਹੈ ਬਖਸ਼ਣ ਵਾਲੇ ਜੀ। ਹਾਂਜੀ, ਯਾਂਤੇ ਹਉਮੈ ਤਜਬੇ ਹੇਤ। ਮਹਾਰਾਜ ਕਹਿੰਦੇ ਇਸ ਕਰਕੇ ਬਿੱਲੀ ਨੂੰ ਬਾਹਰ ਕੱਢਣ ਵਾਸਤੇ ਹਾਂਜੀ ਕਰੋ ਜਤਨ ਨਿਤ ਹੋਏ ਸੁਚੇਤ। ਯਤਨ ਕਰਨਾ ਚਾਹੀਦਾ। ਬਿੱਲੀ ਕੌਣ ਜੀ? ਹਉਮੈ। ਇਹਨੂੰ ਬਾਹਰ ਕੱਢਣ ਲਈ ਯਤਨ ਕਰਨਾ ਚਾਹੀਦਾ। ਯਤਨ ਇਹੋ ਹੀ ਹੈ, ਨਾਮ ਜਪਣਾ
ਤੇ ਨਾਲ ਨਾਲ ਅਰਦਾਸਾਂ ਹੀ ਕਰੀ ਜਾਣੀਆਂ, ਤਰਲੇ ਹੀ ਲਈ ਜਾਣੇ ਸੰਗਤ ਜੀ। ਭੁੱਲਾਂ ਤੇ ਹੁੰਦੀਆਂ ਰਹਿਣੀਆਂ ਜੀ, ਤਰਲੇ ਹੀ ਲਈ ਜਾਣੇ। ਹਾਂਜੀ। ਸਨੈ ਸਨੈ ਇਹ ਹੋਏ ਬਿਨਾਸ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਇੱਕਦਮ ਨਹੀਂ, ਸਹਿਜੇ 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 ਇਹ ਫਿਰ ਵਿਨਾਸ਼ ਹੁੰਦੀ ਹੈ ਜੀ, ਖਤਮ ਹੁੰਦੀ ਬੰਦੇ ਦੇ ਅੰਦਰੋਂ ਜੀ। ਹਾਂਜੀ। ਹੋਏ ਆਤਮਾ ਗਿਆਨ ਪ੍ਰਕਾਸ਼। ਆਤਮਾ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਜੀ ਫਿਰ ਜੀ। ਹਾਂਜੀ। ਇਮ ਸੁਨ ਕੈ ਸਿੱਖਨ ਕੀ ਪੰਗਤ। ਬੁਰਹਾਨਪੁਰ ਤੋਂ ਆਏ ਹੋਏ ਗੁਰੂ ਜੀ ਦੇ ਸਿੱਖਾਂ ਨੇ ਮਹਾਰਾਜ ਜੀ ਦੇ ਮੁਖੋਂ ਇਹ ਗੱਲ ਫਿਰ ਬੜੇ ਧਿਆਨ ਨਾਲ ਸੁਣੀ ਜੀ। ਜੋ ਬੁਰਹਾਨਪੁਰੇ ਕੀ ਸੰਗਤ। ਜਿਹੜੀ ਬੁਰਹਾਨਪੁਰ ਦੀ ਸੰਗਤ ਹੈ, ਸਾਰੀ ਸੰਗਤ ਨੇ ਇਹ ਬਚਨ ਬੜੇ ਧਿਆਨ ਨਾਲ ਸੁਣੇ ਜੀ। ਧਰਿਓ ਆਨੰਦ ਗਏ ਨਿਜ ਧਾਮੂ। ਹਾਂਜੀ। ਸਿਮਰਨ ਕਰਤ ਭਏ ਸਤਨਾਮੂ। ਆਖੋ ਸ੍ਰੀ ਵਾਹਿਗੁਰੂ। ਫਿਰ ਪੰਕਤੀ ਪੜੋ। ਧਰਿਓ ਆਨੰਦ ਗਏ ਨਿਜ ਧਾਮੂ। ਆਨੰਦ ਧਾਰ ਕੇ ਫਿਰ ਆਪਣੇ ਘਰ ਨੂੰ ਗਏ। ਸਿਮਰਨ ਕਰਤ ਭਏ ਸਤਨਾਮੂ। ਸਤਨਾਮੂ। ਤੇ ਰਸਤੇ 'ਚ ਵੀ ਜਾਂਦਿਆਂ ਸਤਨਾਮ ਸ੍ਰੀ ਵਾਹਿਗੁਰੂ ਸਿਮਰਨ ਕਰਦਿਆਂ ਹੀ ਹੋਇਆ ਆਪਣੇ ਘਰ ਗਏ ਜੀ ਉਹ। ਹਾਂਜੀ। ਕਹਿਓ ਗੁਰੂ ਸੋ ਕੀਨ ਕਮਾਵਨ। ਜੋ ਗੁਰੂ ਜੀ ਨੇ ਕਿਹਾ ਉਹਨਾਂ ਫਿਰ ਕਮਾਇਆ ਜੀ। ਸੁਨਤ ਕਮਾਵਤ ਹੋਤ ਉਧਾਰ। ਹਾਂਜੀ। ਅੰਤਹਿ ਕਰਣ ਭਏ ਤਿਨ ਪਾਵਨ। ਉਹਨਾਂ ਦਾ ਮਨ ਬੁੱਧ ਚਿੱਤ ਅਹੰ ਅੰਤఃਕਰਣ ਸ਼ੁੱਧ ਹੋ ਗਿਆ ਜੀ, ਪਵਿੱਤਰ ਹੋ ਗਿਆ ਜੀ। ਜੋ ਜੋ ਸਤਿਗੁਰ ਰਹਿਤ ਬਤਾਈ। ਜਿਵੇਂ ਜਿਵੇਂ ਮਹਾਰਾਜ ਨੇ ਰਹਿਤ ਬਤਾਈ ਸੀ। ਕੀ ਦੱਸਿਆ ਵੀ ਧਰਮਸ਼ਾਲਾ ਬਣਾਓ, ਉਥੇ ਅੰਮ੍ਰਿਤ ਵੇਲੇ ਜਾਓ, ਉਥੇ ਅੰਮ੍ਰਿਤ ਵੇਲੇ ਜਾ ਕੇ ਬਾਣੀ ਪੜੋ, ਬਾਣੀ ਸੁਣੋ, ਪਰਮੇਸ਼ਰ ਨਾਲ ਚਿੱਤ ਜੋੜੋ, ਫਿਰ ਸਾਰਾ ਦਿਨ ਧਰਮ ਦੀ ਕਿਰਤ ਕਰੋ। ਧਰਮ ਦੀ ਕਿਰਤ ਕਰਦਿਆਂ ਝੂਠ ਨਹੀਂ ਬੋਲਣਾ। ਤੇ ਫਿਰ ਸ਼ਾਮ ਨੂੰ ਫਿਰ ਸੋਦਰ ਦਾ ਪਾਠ ਕਰਕੇ ਇੱਕ ਪੈਰ ਤੱਕ ਕੀਰਤਨ ਕਰੋ। ਰਾਤ ਨੂੰ ਸੋਹਿਲਾ ਜੀ ਦਾ ਪਾਠ ਪੜੋ ਤੇ ਸੌਂ ਜਾਓ। ਵਿਸਾਖੀ, ਦੀਵਾਲੀ, ਮੱਸਿਆ ਤੇ ਸੰਗਰਾਂਦ ਨੂੰ ਮਾਇਆ ਇਕੱਠੀ ਕਰੋ ਤੇ ਗੁਰੂ ਸਾਹਿਬ ਦੇ ਨਿਮਿਤ ਖੁੱਲਾ ਕੜਾ ਪ੍ਰਸ਼ਾਦ ਕਰਾਓ ਜੀ। ਗੁਰੂ ਦੇ ਸ਼ਬਦ ਦੀ ਕਮਾਈ ਕਰੋ। ਹਉਮੈ ਨੂੰ ਛੱਡਣਾ, ਉਹਦੇ ਵਾਸਤੇ ਬਿੱਲੀ ਦਾ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਨੇ ਜੀ। ਸੋ ਇਹ ਸਾਰੇ ਬਚਨਾਂ ਦੀ ਕਮਾਈ ਇਹਨਾਂ ਬੁਰਹਾਨਪੁਰ ਦੇ ਸਿੱਖਾਂ ਨੇ ਸੰਗਤ ਜੀ ਕੀਤੀ ਜੀ। ਤੇ ਬੁਰਹਾਨਪੁਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵੀ ਫਿਰ ਗਏ ਜੀ। ਬੁਰਹਾਨਪੁਰ ਵਿੱਚ 10ਵੇਂ ਪਾਤਸ਼ਾਹ ਵੀ ਗਏ ਜੀ ਫਿਰ ਜੀ। ਹਾਂਜੀ। ਸੋਈ ਕਰਤ ਭਏ ਸਭ ਜਾਈ। ਸਾਰਿਆਂ ਨੇ ਉਵੇਂ ਹੀ ਫਿਰ ਕੀਤਾ। ਉਚਿਤ ਮੋਖ ਕੇ ਸਗਰੇ ਭਏ। ਤੇ ਸਾਰੇ ਜੀਂਦਿਆਂ ਜੀ ਮੁਕਤ ਅਵਸਥਾ ਨੂੰ ਪ੍ਰਾਪਤ ਹੋਏ ਜੀ, ਮੁਕਤੀ ਨੂੰ ਉਚਿਤ ਪੈ ਗਏ ਜੀ। ਹਾਂਜੀ। ਸਤਿਗੁਰ ਧੰਨ ਧੰਨ ਸੁਖ ਦਏ। ਇਹ ਸਾਰੇ ਕੀ ਕਹਿੰਦੇ? ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਨੂੰ ਸੁੱਖ ਮਿਲਿਆ ਜੀ। ਤੁਸੀਂ ਵੀ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਦੋਹਰਾ ਮਾਇਆ ਲੰਬ ਸੁਹਾਂਡ ਰਹਿ ਸਤ ਸੰਗਤ ਨਿਤ ਜਾਏ। ਹਾਂਜੀ। ਪ੍ਰੇਮ ਗਾਏ ਗੁਰ ਸ਼ਬਦ ਕੋ ਕਰੈ ਭਗਤ ਉਰ ਭਾਏ। ਹੁਣ ਇੱਕ ਸਿੱਖ ਦੀ ਹੋਰ ਸਾਖੀ ਸੁਣ ਲਓ, ਸਮਾਂ ਹੋ ਹੀ ਰਿਹਾ ਜੀ। ਪਿੰਡ ਦਾ ਨਾਮ ਹੈ ਸੁਹੰਡ। ਬਜ਼ੁਰਗਾਂ ਨੇ ਭਾਵੇਂ ਸੁਣਿਆ ਹੋਵੇ ਸੁਹੰਡ ਨਾਮ ਜੀ। ਉਂਝ ਸਮੇਂ ਨਾਲ ਪਿੰਡਾਂ ਦੇ ਨਾਮ ਬਦਲਦੇ ਵੀ ਰਹਿੰਦੇ ਨੇ ਜੀ। ਸੁਹੰਡ ਪਿੰਡ ਤੇ ਸੁਹੰਡ ਪਿੰਡ ਵਿੱਚ ਭਾਈ ਮਾਈਆ ਲੰਬ ਜੀ ਰਹਿੰਦੇ ਆ ਜੀ। ਕੀਰਤਨ ਕਰਦੇ ਨੇ ਜੀ। ਕੀਰਤਨ ਕਰਦੇ ਆ, ਸਤ ਸੰਗਤ ਵਿੱਚ ਜਾਂਦੇ ਆ ਤੇ ਬੜੇ ਪਿਆਰ ਨਾਲ ਕੀਰਤਨ ਕਰਦੇ ਜੀ। ਹਾਂਜੀ। ਚੌਪਈ ਸਤਿਗੁਰ ਕੇ ਦਰਸ਼ਨ ਹਿਤ ਆਇਓ। ਸੁਹੰਡ ਪਿੰਡ ਤੋਂ ਭਾਈ ਮਾਈਆ ਲੰਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਅੰਮ੍ਰਿਤਸਰ ਆਏ ਜੀ।
ਪਗ ਪੰਕਜ ਪਰ ਸੀਸ ਝੁਕਾਇਓ। ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸਿਰ ਝੁਕਾਇਆ ਜੀ ਇਹਨਾਂ ਨੇ। ਹਾਂਜੀ, ਰਹਿ ਕੇਤਕ ਦਿਨ ਬੂਝਨ ਕੀਨ। ਕਈ ਦਿਨ ਮਹਾਰਾਜ ਦੇ ਚਰਨਾਂ 'ਚ ਰਹੇ ਜੀ। ਫਿਰ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਜੀ, ਹਾਂਜੀ, ਮੋਹੇ ਬਤਾਵੋ ਗੁਰੂ ਪਰਬੀਨ। ਹੇ ਸੱਚੇ ਪਾਤਸ਼ਾਹ, ਮਹਾਰਾਜ ਇੱਕ ਗੱਲ ਹੀ ਦੱਸੋ ਮਹਾਰਾਜ। ਹਾਂਜੀ, ਸਤ ਸੰਗਤ ਕੈ ਗੁਰ ਦਰਬਾਰ। ਸਤ ਸੰਗਤ ਵਿੱਚ ਭਾਵ ਗੁਰੂ ਸਾਹਿਬ ਦੇ ਘਰ 'ਚ ਆਪਾਂ ਸਾਰੇ, ਇਹ ਸਾਡੀ ਗੱਲ ਹੋਣ ਲੱਗੀ ਜੀ। ਹਾਂਜੀ, ਇਕ ਤੋ ਜਾਤ ਕਾਮ ਨਾ ਧਾਰ। ਕਈ ਬੰਦੇ ਮਨੋਰਥ ਲੈ ਕੇ ਜਾਂਦੇ ਜੀ, ਮਨੋਰਥ ਲੈ ਕੇ ਜਾਂਦੇ, ਇੱਛਾ ਲੈ ਕੇ ਜਾਂਦੇ, ਕਾਮਨਾ ਲੈ ਕੇ ਜਾਂਦੇ, ਮੰਗ ਲੈ ਕੇ ਆਉਂਦੇ ਜੀ। ਹਾਂਜੀ, ਵੀ ਮਹਾਰਾਜ ਦੇ ਘਰ ਜਾਣਾ ਆਪਾਂ, ਸਾਡਾ ਇਹ ਕੰਮ ਹੋਣਾ ਚਾਹੀਦਾ ਜੀ। ਕਈਆਂ ਨੇ ਨੇਮ ਬਣਾਇਆ ਹੁੰਦਾ ਜੀ, ਮੈਂ 40 ਦਿਨ ਦਰਬਾਰ ਸਾਹਿਬ ਜਾਣਾ, ਮੈਂ 40 ਦਿਨ ਸ਼ਹੀਦਾਂ ਸਾਹਿਬ ਜਾਣਾ, ਨੇਮ ਬਣਾਇਆ ਹੁੰਦਾ ਜੀ, ਕਾਮਨਾ ਧਾਰੀ ਹੁੰਦੀ ਜੀ। ਹਾਂਜੀ, ਉਂਝ ਕੋਈ ਵਿਰਲਾ ਹੀ ਆ ਜਿਹੜਾ ਕਾਮਨਾ ਤੋਂ ਖਾਲੀ ਹੋਵੇ, ਕੋਈ ਨਾ ਕੋਈ ਕਾਮਨਾ ਤੇ ਹੁੰਦੀ ਹੈ ਜੀ। ਹਾਂਜੀ, ਚਲੋ ਆਪਾਂ ਕਈ ਸੰਸਾਰੀ ਚੀਜ਼ਾਂ ਮੰਗਦੇ, ਕਈਆਂ ਦਾ ਇਹੋ ਹੀ ਮਨੋਰਥ ਹੈ ਸਾਡੇ ਅੰਦਰ ਸੁੱਖ ਬਣੇ ਜੀ, ਮੈਂ ਬਹੁਤਾ ਨਾਮ ਜਪਾਂ, ਮੇਰੇ ਤੇ ਗੁਰੂ ਜੀ ਦੀ ਕਿਰਪਾ ਹੋਵੇ ਜੀ। ਹਾਂਜੀ, ਲੇਤ ਪਦਾਰਥ ਹਿਤ ਗੁਜ਼ਰਾਨ। ਹਾਂਜੀ, ਕਰੈ ਤੇ ਸੀਤੇ ਖਾਨ ਰੋਪਾਨ। ਹੁਣ ਭਾਈਆ ਲੰਬ ਜੀ, ਮਾਈਆ ਲੰਬ ਜੀ ਜਿਹੜੇ ਕੀਰਤਨ ਕਰਦੇ ਸੀ ਤੇ ਮਾਇਆ ਮਿਲਦੀ ਹੁੰਦੀ ਸੀਗੀ ਜੀ ਇਹਨਾਂ ਨੂੰ। ਕਹਿੰਦੇ ਸੱਚੇ ਪਾਤਸ਼ਾਹ ਗੁਰੂ ਦਰਬਾਰ ਵਿੱਚੋਂ ਹੀ ਉਹਨਾਂ ਨੂੰ ਮਾਇਆ ਮਿਲਣੀ ਹੈ ਤੇ ਉਹ ਮਾਇਆ ਵਰਤਦੇ ਹੈ, ਉਹਦੇ ਨਾਲ ਹੀ ਗੁਜ਼ਾਰਾ ਹੁੰਦਾ ਜੀ। ਮਤਲਬ ਸਾਡੀ ਗੱਲ ਹੋ ਰਹੀ ਜੀ ਹੈ ਜੀ, ਤੁਹਾਡੀ ਨਹੀਂ ਜੀ। ਅਸੀਂ 2-4 ਜਿਹੜੇ ਬੈਠੇ, ਸਾਡੀ ਹੋਣ ਰਹੀ ਹੈ ਜੀ, ਗ੍ਰੰਥੀਆਂ ਦੀ, ਰਾਗੀਆਂ ਦੀ, ਭਾਈਆਂ ਦੀ, ਕਥਾਵਾਚਕਾਂ ਦੀ ਜੀ। ਮਹਾਰਾਜ ਉਹਨਾਂ ਨੂੰ ਮਾਇਆ ਮਿਲਦੀ ਹੈ, ਉਸ ਮਾਇਆ ਨਾਲ ਹੀ ਉਹ ਗੁਜ਼ਾਰਾ ਕਰਦੇ ਆ ਜੀ। ਹਾਂਜੀ, ਇੱਕ ਸਿੱਖ ਕਰਕੇ ਧਰਮ ਕਮਾਈ। ਤੇ ਇੱਕ ਉਹ ਵੀ ਸਿੱਖ ਆਉਂਦੇ ਆ ਜਿਹੜੇ ਧਰਮ ਦੀ ਕਮਾਈ ਕਰਦੇ ਆ, ਸਾਰੀ ਦਿਹਾੜੀ ਮਿਹਨਤ ਕਰਦੇ ਆ। ਹਾਂਜੀ, ਸਿੱਖਨ ਕੋ ਵਰਤਾਏ ਸੁਖਾਈ। ਤੇ ਮਹਾਰਾਜ ਉਹ ਆਪਣੀ ਧਰਮ ਦੀ ਕਮਾਈ ਵਿੱਚੋਂ ਵੀ ਲੰਗਰ ਲਾਉਂਦੇ ਆ, ਸਿੱਖਾਂ ਨੂੰ ਵਰਤਾਉਂਦੇ ਆ, ਫਿਰ ਛਕਦੇ ਆ। ਇੱਕ ਉਹ ਵੀ ਸਿੱਖ ਆਉਂਦੇ ਆ ਸਾਡੇ ਵਰਗੇ ਜਿਹੜੇ ਛਕਦੇ ਹੀ ਗੁਰੂ ਘਰੋਂ ਨੇ। ਮਹਾਰਾਜ ਭਾਈ ਮਾਈਆ ਲੰਬ ਜੀ ਕੀਰਤਨ ਕਰਦੇ ਨਾ ਜੀ, ਸੰਗਤ ਉਹਨਾਂ ਨੂੰ ਮਾਇਆ ਦਿੰਦੀ ਹੈ ਜੀ। ਹਾਂਜੀ, ਸਹਿਕਾਮੀ ਨਿਸ਼ਕਾਮੀ ਜੋ। ਹਾਂਜੀ, ਕੀਰਤਨ ਕਰਤ ਸੁਨਤ ਹੈ ਦੋ। ਆਖੋ ਵਾਹਿਗੁਰੂ। ਤੇ ਕਈ ਮੁਫਤੀ ਕੀਰਤਨ ਕਰਦੇ, ਪੈਸੇ ਨਹੀਂ ਲੈਂਦੇ। ਉਂਝ ਮੈਂ ਤੁਹਾਨੂੰ ਦੱਸ ਦਿੰਦਾ ਜੀ, ਇਹ ਵੀ ਬੜੇ ਹਾਸੇ ਵਾਲੀਆਂ ਗੱਲਾਂ ਬੜੀਆਂ ਹੈਗੀਆਂ ਜੀ ਵਿੱਚ ਦੀ। ਜਿਹੜਾ ਥੋੜੀ ਮਾਇਆ ਦਵੇ ਨਾ ਜੀ, ਉਹਨੂੰ ਕਹਿੰਦੇ ਇਹਦੇ ਤੇ ਨਹੀਂ ਕਿਰਪਾ ਹੈਗੀ, ਤੇ ਜਿਹੜਾ ਬਹੁਤੀ ਦਵੇ ਨਾ ਉਹਨੂੰ ਕਹਿੰਦੇ ਬੜੀ ਕਿਰਪਾ ਜੀ। ਹਾਂਜੀ, ਸ਼ਹੀਦ ਹੋਏ ਜੀ ਇੱਕ ਗੁਰਮੁਖ ਪਿਆਰੇ ਜੀ, ਪੰਥ 'ਚ ਉਹਨਾਂ ਦਾ ਸ਼ਹੀਦਾਂ ਦਾ ਨਾਮ ਹੈ ਜੀ। ਤੇ ਗ੍ਰੰਥੀ ਸਿੰਘ ਕਿਸੇ ਮਹਾਂਪੁਰਖਾਂ ਕੋਲ ਗਿਆ, ਕਹਿੰਦਾ ਮਹਾਂਪੁਰਖੋ ਸਰਦਾਰ ਸਾਹਿਬ ਆਏ ਨੇ ਤੇ ਫਲਾਣੇ ਦੀ ਕੁੱਲ ਚੋਂ ਨੇ। ਉਹਨਾਂ ਕੁਰਸੀ ਢਵਾਈ ਵੀ ਸ਼ਹੀਦ ਸਿੰਘ ਦੀ ਕੁੱਲ ਚੋਂ ਹੈ। ਹਾਂਜੀ, ਤੇ ਸ਼ਹੀਦ ਸਿੰਘ ਦੀ ਕੁੱਲ ਚੋਂ ਸੀਗੇ, ਤੇ ਜਦੋਂ ਉਹਦੇ ਦਰਸ਼ਨ ਹੋਏ ਨਾ ਜੀ, ਤੇ ਮੂੰਹ ਤੇ ਮੁੰਨਿਆ, ਦਾੜੀ ਵੀ ਮੁੰਨੀ ਜੀ। ਉਹ ਕਹਿੰਦੇ ਖਲੋ ਜਾ, ਕਹਿੰਦੇ ਤੂੰ ਸ਼ਹੀਦਾਂ ਦੇ ਪਰਿਵਾਰ ਚੋਂ ਨਾ ਹੁੰਦਾ, ਕਿਸੇ ਹਿੰਦੂ ਪਰਿਵਾਰ ਚੋਂ ਹੁੰਦਾ, ਤੇਰਾ ਸਤਿਕਾਰ ਕਰਨਾ ਸੀਗਾ। ਫਿਟੇ ਮੂੰਹ ਕਹਿੰਦੇ ਤੇਰਾ, ਤੂੰ ਸ਼ਹੀਦਾਂ ਦੇ ਨਾਮ ਨੂੰ ਦਾਗ ਲਵਾਇਆ, ਪਰਿਵਾਰ ਸ਼ਹੀਦਾਂ ਦਾ ਤੇ ਆਪਣਾ ਮੂੰਹ ਵੇਖ। ਕਹਿੰਦੇ ਉਹਦੇ ਮਨ ਨੂੰ ਗੱਲ ਲੱਗੀ ਜੀ। ਕਹਿੰਦਾ ਜੀ ਮੈਂ ਨਵੀਂ ਕੋਠੀ ਬਣਾਈ ਸੀ ਤੇ ਮੈਂ ਸੋਚਿਆ ਵੀ ਤੁਹਾਡੇ ਕੋਲ ਕੀਰਤਨ ਕਰਾਉਣਾ ਹਾਂ, ਪਰ ਮੈਨੂੰ ਹੁਣ ਮਹਿਸੂਸ ਹੋ ਗਿਆ ਮੈਂ ਮੂੰਹ ਸਿਰ ਮੇਰਾ ਚੰਗਾ ਨਹੀਂ ਹੈਗਾ, ਤੁਸੀਂ ਨਾ ਆਇਓ, ਕੋਈ ਰਾਗੀ ਜੱਥਾ ਭੇਜ ਦਿਓ। ਚਲੋ ਉਹਨਾਂ ਭੇਜ ਦਿੱਤਾ ਜੀ, ਹੋਰ ਰਾਗੀ ਜੱਥਾ ਭੇਜਤਾ। ਤੇ ਜਦੋਂ ਰਾਗੀ ਜੱਥਾ ਗਿਆ ਤਾਂ ਉਹਨਾਂ ਭੇਟਾ ਪੁੱਛੀ ਵੀ ਕਿੰਨੀ ਭੇਟਾ, ਤੇ ਰਾਗੀ ਸਿੰਘ ਨੇ ਕਿਹਾ ਵੀ 2100 ਰੁਪਈਆ ਲਵਾਂਗੇ। ਤੇ ਉਹ ਅਮੀਰ ਸਰਦਾਰ ਸੀਗਾ ਜੀ, ਸਰਦਾਰ ਤਾਂ ਨਹੀਂ ਸੀਗਾ, ਚਲੋ ਅਮੀਰ ਪਰਿਵਾਰ ਸੀ।
ਉਹਨੇ ਦਿੱਤਾ 3100। ਤੇ ਰਾਗੀ ਉਹਨਾਂ ਮਹਾਂਪੁਰਖਾਂ ਕੋ ਆਇਆ ਤੇ ਮਹਾਂਪੁਰਖ ਕਹਿੰਦੇ ਸੁਣਾ। ਕਹਿੰਦਾ ਮਹਾਂਪੁਰਖੋ ਉਹਦੇ ਤੇ ਬੜੀ ਕਿਰਪਾ। ਕਹਿੰਦਾ ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦਾ ਬੜੀ ਕਿਰਪਾ ਚ ਬਾਬਾ ਜੀ। ਮਹਾਂਪੁਰਖੋ 2100 ਮੰਗਿਆ ਤੇ 3100 ਦਿੱਤਾ। ਕਿਰਪਾ ਵੀ ਇਸ ਹਿਸਾਬ ਨਾਲ ਲਾ ਲਈ ਨਾ ਜੀ ਅਸੀਂ ਜੀ। ਹਾਂਜੀ। ਸੁਤ ਦਾਰਾ ਔਰ ਲక్ష్ਮੀ ਪਾਪੀ ਕੇ ਵੀ ਹੋਏ, ਤੁਲਸੀ ਦੁਰਲਭ ਹਰ ਕਥਾ। ਪੁੱਤਰ ਧੀ ਤੇ ਮਾਇਆ ਇਹ ਤੇ ਪਾਪੀਆਂ ਕੋਲ ਵੀ ਹੈਗੇ ਆ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਖੈਰ ਰਹੋ ਵਿਚਾਰ। ਇੱਕ ਉਹ ਭਾਈ ਮਾਹੀਆ ਲੰਬ ਜੀ ਕਹਿੰਦੇ ਮਹਾਰਾਜ ਇੱਕ ਤੇ ਪੈਸੇ ਲੈ ਕੇ ਕੀਰਤਨ ਕਰਦੇ, ਇੱਕ ਮੁਫਤ ਵੀ ਕਰਦੇ। ਮਹਾਰਾਜ ਭੇਟਾਂ ਨਹੀਂ ਲੈਂਦੇ, ਕੀਰਤਨ ਕਰਦੇ। ਕੀਰਤਨ ਉਹਨਾਂ ਦਾ ਸ਼ੌਂਕ ਹੈਗਾ ਮਹਾਰਾਜ। ਹਾਂਜੀ। ਸਤ ਸੰਗਤ ਕਰ ਬੈਸ ਬਿਤਾਵੇ। ਤੇ ਸਤ ਸੰਗਤ ਵਿੱਚ ਰਹਿ ਕੇ ਉਮਰ ਬਤੀਤ ਕਰਦੇ। ਪਰ ਦੋ ਤਰ੍ਹਾਂ ਦੇ ਬੰਦੇ, ਇੱਕ ਉਹ ਜਿਹੜੇ ਕਾਮਨਾ ਵਾਲੇ, ਇੱਕ ਉਹ ਜਿਹੜੇ ਕਾਮਨਾ ਨਹੀਂ ਧਾਰਦੇ ਜੀ। ਹਾਂਜੀ। ਦੋਵੇਂ ਸੰਗਤ 'ਚ ਰਹਿ ਕੇ ਉਮਰ ਲਾ ਦਿੰਦੇ ਸਾਰੀ ਜੀ। ਹਾਂਜੀ। ਨਿਤ ਰਾਵਰ ਕੋ ਦਰਸ਼ਨ ਪਾਵੇ। ਦਰਸ਼ਨ ਵੀ ਕਰਦੇ। ਵੇਖੋ ਨਾ ਜੀ, ਚਲੋ ਜੋ ਵੀ ਹੈ, ਭਾਵੇਂ ਕੋਈ ਪੈਸੇ ਲੈ ਕੇ ਹੀ ਕੀਰਤਨ ਕਰਦਾ ਜੀ। ਹਾਂਜੀ। ਪਰ ਰੋਜ਼ ਗੁਰੂ ਜੀ ਦੇ ਦਰਸ਼ਨ ਤੇ ਕਰਦਾ ਨਾ ਜੀ। ਤੇ ਜਿਹੜਾ ਮੁਫਤ ਕਰਦਾ ਉਹ ਵੀ ਰੋਜ਼ ਦਰਸ਼ਨ ਕਰਦਾ ਜੀ। ਹਾਂਜੀ। ਕਿਆ ਗਤ ਹੋਏ ਅਗਾਰੀ ਜਾਵੇ। ਤੇ ਭਾਈ ਮਾਹੀਆ ਲੰਬ ਜੀ ਕਹਿੰਦੇ ਸੱਚੇ ਪਾਤਸ਼ਾਹ ਅੱਗੇ ਜਾ ਕੇ ਕੀ ਬਣੇਗਾ। ਅੱਗੇ ਜਾ ਕੇ ਕੀ ਬਣੇਗਾ ਜੀ। ਗੱਲ ਤੇ ਬੜੀ ਸਿਆਣੀ ਹੈ। ਹਾਂਜੀ। ਅੰਤਰ ਕਿਤਕ ਸੋ ਫਲ ਕੋ ਪਾਵੇ। ਕੀ ਫਰਕ ਹੋਏਗਾ ਦੋਵਾਂ ਦਾ। ਦੋਵਾਂ ਨੂੰ ਕੀ ਫਲ ਮਿਲੇਗਾ ਸੱਚੇ ਪਾਤਸ਼ਾਹ। ਇੱਕ ਨੇ ਮਾਇਆ ਵਾਸਤੇ ਕੀਤਾ ਕੀਰਤਨ ਹੈ, ਇੱਕ ਨੇ ਮੁਫਤ ਕੀਤਾ ਸ਼ੌਂਕ ਨਾਲ ਕੀਰਤਨ ਹੈ। ਕੀ ਫਰਕ ਹੈ ਦੋਵਾਂ ਵਿੱਚ। ਹਾਂਜੀ। ਸ੍ਰੀ ਹਰਗੋਬਿੰਦ ਤਬੈ ਸੁਨਾਏ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸੱਚੇ ਪਾਤਸ਼ਾਹ ਮਹਾਰਾਜ ਫਿਰ ਉੱਤਰ ਦਿੱਤਾ ਜੀ। ਹਾਂਜੀ। ਸਤ ਸੰਗਤ ਮੈਂ ਦੋਨੋਂ ਆਏ। ਮਹਾਰਾਜ ਕਹਿੰਦੇ ਪਿਆਰਿਆ ਸੰਗਤ ਵਿੱਚ ਤਾਂ ਦੋਵੇਂ ਹੀ ਆਏ ਆ ਨਾ। ਕਹਿਣ ਲੱਗੇ ਭਾਵੇਂ ਕੋਈ ਗੁਜ਼ਾਰੇ ਵਾਸਤੇ ਆਇਆ, ਭਾਵੇਂ ਕੋਈ ਸ਼ੌਂਕ ਲਈ ਆਇਆ, ਆਏ ਤੇ ਸੰਗਤ 'ਚ ਹੀ ਹੈ ਨਾ ਦੋਵੇਂ। ਹਾਂਜੀ। ਸਹਿਕਾਮੀ ਮਰ ਗੰਧਰਵ ਲੋਕ। ਮਹਾਰਾਜ ਕਹਿੰਦੇ ਜਿਹੜਾ ਕੀਰਤਨ ਕਰਦਾ, ਭਾਵੇਂ ਉਹਨੂੰ ਮਾਇਆ ਮਿਲਦੀ, ਉਹਦੀ ਇੱਛਾ ਵੀ ਮੈਨੂੰ ਮਾਇਆ ਮਿਲੇ। ਇਹਦੇ ਵਿੱਚ ਵੀ ਬੜੇ ਭਾਵ 'ਚ। ਇੱਕ ਰਾਗੀ ਉਹ ਹੈ ਜਿਹਦੀ ਇੱਛਾ ਮੈਨੂੰ ਮਾਇਆ ਮਿਲੇ। ਇੱਕ ਰਾਗੀ ਉਹ ਹੈ ਜਿਹਦੀ ਇੱਛਾ ਤੇ ਨਹੀਂ ਹੈ ਪਰ ਲੋਕ ਉਹਨੂੰ ਮਾਇਆ ਦਿੰਦੇ ਹੈ। ਇੱਕ ਉਹ ਹੈ ਜਿਹਦੀ ਨਾ ਹੀ ਇੱਛਾ ਲੈਣ ਦੀ ਤੇ ਨਾ ਲੋਕ ਉਹਨੂੰ ਦਿੰਦੇ ਜੀ। ਬਿਲਕੁਲ ਹੀ ਨਿਸ਼ਕਾਮ ਹੈ ਜੀ। ਮਹਾਰਾਜ ਕਹਿਣ ਲੱਗੇ ਕਿ ਸਤ ਸੰਗਤ ਮਹਿ ਦੋਨੋਂ ਆਏ, ਸਹਿਕਾਮੀ ਮਰ ਗੰਧਰਵ ਲੋਕ। ਜਿਹੜਾ ਇੱਛਾ ਰੱਖ ਕੇ ਕੀਰਤਨ ਕਰਦਾ, ਜਦੋਂ ਉਹ ਸਰੀਰ ਛੱਡੇਗਾ ਗੰਧਰਵਾਂ ਦੀ ਪੁਰੀ ਵਿੱਚ ਜਾਏਗਾ। ਕਹਿਣ ਲੱਗੇ ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੱਖ ਵੱਖ ਲੋਕ ਨੇ ਸੰਗਤ ਦੀ। ਗੰਧਰਵਾਂ ਦੀ ਪੁਰੀ ਵਿੱਚ ਜਾਏਗਾ, ਮਰ ਕੇ ਰੁਲੇਗਾ ਨਹੀਂ ਜੀ। ਉਹਦੀ ਆਤਮਾ ਰੁਲੇਗੀ ਨਹੀਂ ਜੀ। ਬੜੇ ਬੰਦਿਆਂ ਦੀ ਆਤਮਾ ਰੁਲਦੀ ਫਿਰਦੀ ਮਰਨ ਤੋਂ ਬਾਅਦ ਜੀ। ਦੂਜਿਆਂ ਨੂੰ ਵੀ ਪਰੇਸ਼ਾਨ ਕਰਦੀ ਜੀ ਆਤਮਾ ਜੀ। ਮਹਾਰਾਜ ਕਹਿੰਦੇ ਉਹ ਮਰ ਕੇ ਰੁਲੇਗਾ ਨਹੀਂ। ਉਹਨੇ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਕੀਤਾ, ਗੰਧਰਵ ਲੋਕ 'ਚ ਜਾਏਗਾ। ਹਾਂਜੀ। ਜਾਏ ਆਨੰਦ ਭੁਗਤੈ ਬਿਨ ਸ਼ੋਕ। ਉੱਥੇ ਜਾ ਕੇ ਆਨੰਦ ਪ੍ਰਾਪਤ ਕਰੇਗਾ, ਸੁਖ ਪ੍ਰਾਪਤ ਕਰੇਗਾ। ਹਾਂਜੀ। ਤੇ ਨਹੀਂ ਸੰਗ ਮੁਕਤ ਹੋ ਜਾਵੇ। ਤੇ ਸਮੇਂ ਨਾਲ ਜਦੋਂ ਗੰਧਰਵ ਸਾਰੇ ਮੁਕਤ ਹੋਣਗੇ, ਉਹ ਉਹਨਾਂ ਦੇ ਨਾਲ ਮਿਲ ਕੇ ਮੁਕਤ ਹੋ ਜਾਏਗਾ। ਮੁਕਤ ਹੋਏਗਾ ਜ਼ਰੂਰ। ਇਹਦਾ ਵੀ ਬੜਾ ਚੰਗਾ ਫਲ ਹੈ। ਵੇਖੋ ਜਿਹੜੇ ਗੰਦੇ ਗੀਤ ਗਾਉਂਦੇ ਆ, ਉਹ ਤਾਂ ਨਹੀਂ ਗੰਧਰਵਾਂ ਦੇ ਲੋਕ 'ਚ ਜਾਂਦੇ ਜੀ। ਹਾਂਜੀ। ਇਹ ਤਾਂ ਗੁਰੂ ਕੇ ਕੀਰਤਨੀਆਂ ਹੀ ਜਾਂਦੇ ਆ ਨਾ।
ਹਾਂਜੀ। ਜਨਮ ਮਰਨ ਕੋ ਦੁਖ ਨਹਿ ਪਾਵੈ। ਕੀਰਤਨ ਕਰਨ ਵਾਲਾ ਭਾਵੇਂ ਇੱਛਾ ਵਾਲਾ ਤੇ ਭਾਵੇਂ ਬਿਨਾਂ ਇੱਛਾ ਵਾਲਾ, ਮਹਾਰਾਜ ਕਹਿੰਦੇ ਆ ਜਨਮ ਮਰਨ ਦੇ ਦੁੱਖ ਦੂਰ ਹੋ ਜਾਣਗੇ। ਭਲੋ ਭਲੋ ਰੇ ਕੀਰਤਨੀਆਂ। ਹਾਂਜੀ। ਜੇ ਨਿਸ਼ਕਾਮ ਗਿਆਨ ਕੋ ਪਾਏ। ਤੇ ਜੇ ਕਰੇ ਨਿਸ਼ਕਾਮ ਕੀਰਤਨ, ਨਾ ਮਾਇਆ ਦੀ ਇੱਛਾ, ਨਾ ਇਹ ਇੱਛਾ ਵੀ ਲੋਕ ਮੇਰੀਆਂ ਸਿਫਤਾਂ ਕਰਨ, ਨਾ ਇਹ ਇੱਛਾ ਵੀ ਮੇਰਾ ਨਾਮ ਬਣੇ, ਕੇਵਲ ਕੀਰਤਨ ਨਾਲ ਪ੍ਰੇਮ ਹੈ, ਭਗਤੀ ਨਾਲ ਪ੍ਰੇਮ ਹੈ, ਕਥਾ ਨਾਲ ਪ੍ਰੇਮ ਹੈ। ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਬ੍ਰਹਮ ਗਿਆਨੀ ਬਣੇਗਾ, ਕਹਿਣ ਲੱਗੇ। ਹਾਂਜੀ। ਝੂਠੇ ਲੱਖ ਜਗ ਸੁਖ ਸਮਝਾਏ। ਜਗਤ ਦੇ ਸੁੱਖਾਂ ਨੂੰ ਝੂਠੇ ਸਮਝਣ ਲੱਗ ਪੈਣਾ ਉਹਨੇ, ਉਹਦੀ ਆਤਮਾ ਨੂੰ ਸੁੱਖ ਮਿਲਣ ਲੱਗ ਪੈਣਾ। ਹਾਂਜੀ। ਪਰਾ ਰਬਦ ਪੁਰਵੇ ਤਜ ਪ੍ਰਾਨ। ਜਿੰਨੀ ਉਮਰ ਲਿਖੀ ਹੈ ਨਾ, ਮਹਾਰਾਜ ਕਹਿੰਦੇ ਓਨੀ ਉਮਰ ਭੋਗੇਗਾ ਉਹ, ਪਰਾ ਰਬਦ ਭੋਗੇਗਾ ਉਹ। ਹਾਂਜੀ। ਮਿਲਹਿ ਵਾਹਿਗੁਰੂ ਮੈਂ ਸੁਖਵਾਨ। ਤੇ ਅਖੀਰਲੇ ਸਮੇਂ ਸਰੀਰ ਤਿਆਗ ਕੇ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਏਗਾ। ਹੋਏਗਾ ਉਹ ਵੀ ਜਿਹੜੇ ਮਾਇਆ ਲੈਂਦੇ ਆ, ਪਰ ਸਮਾਂ ਪਾ ਕੇ ਹੋਣਗੇ ਜੀ। ਜਿਹੜਾ ਨਿਸ਼ਕਾਮ ਭਾਵਨਾ ਨਾਲ ਕੀਰਤਨ ਕਰਦਾ, ਉਹ ਸਿੱਧਾ ਹੀ ਵਾਹਿਗੁਰੂ ਚ ਲੀਨ ਹੁੰਦਾ ਜੀ। ਸੰਗਤ ਦੀ ਕੀਰਤਨੀਆਂ ਚੋਂ ਪਹਿਲੇ ਸਾਡੇ ਕੀਰਤਨੀਏ ਭਾਈ ਸਾਹਿਬ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਨਾਲ ਕੀਰਤਨ ਕੀਤਾ, ਕਦੇ ਇੱਛਾ ਨਹੀਂ ਰੱਖੀ ਜੀ। ਇੱਕ ਦਿਨ ਘਰ ਚੱਲੇ ਜੀ, ਮਹਾਰਾਜ ਨੇ ਛੁੱਟੀ ਦਿੱਤੀ, ਤਲਵੰਡੀ ਪਹੁੰਚੇ, ਮਹਾਰਾਜ ਨੇ ਛੁੱਟੀ ਦਿੱਤੀ। ਮਹਾਰਾਜ ਕਹਿੰਦੇ ਮਰਦਾਨਿਆਂ ਘਰ ਜਾ, ਕਰਦੇ ਆ ਪਰਿਵਾਰ ਨੂੰ ਮੇਲਾ। 20-25 ਸਾਲਾਂ ਬਾਅਦ ਪਰਿਵਾਰ 'ਚ ਜਾਣਾ ਸੀਗਾ ਜੀ। ਬੜਾ ਫਰਕ ਜੀ। ਗੁਰੂ ਨਾਨਕ ਸਾਹਿਬ ਦੀ ਸਾਧਨਾ ਸੌਖੀ ਨਹੀਂ ਹੈਗੀ ਜੀ। ਰਸਤੇ 'ਚ ਕੌਡੇ ਵਰਗਿਆਂ ਨਾਲ ਵੀ ਜੰਗ ਜੁੰਗ ਹੋ ਜਾਂਦਾ ਹੈਗਾ। ਆਖੋ ਵਾਹਿਗੁਰੂ। ਉਹ ਵੀ ਅਗਲੇ ਤੇਲ ਦੇ ਕੜਾਹੇ 'ਚ ਪਾਉਂਦੇ ਸੀਗੇ ਜੀ। 20-25 ਸਾਲ ਬਾਅਦ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਘਰ ਜਾ। 7 ਵਜਣ ਮਹਾਰਾਜ, ਮਹਾਰਾਜ ਇੰਨੇ ਲੰਮੇ ਸਮੇਂ ਬਾਅਦ ਜਾਣਾ। ਸੱਚੇ ਪਾਤਸ਼ਾਹ ਸਵੇਰੇ ਦਿਹਾੜੀਦਾਰ ਦਿਹਾੜੀ ਲਾਉਣ ਜਾਂਦਾ ਤੇ ਸ਼ਾਮ ਨੂੰ ਘਰ ਆਉਂਦਾ ਤੇ ਕੇਲਾ ਛੱਲੀ ਲੈ ਕੇ ਜਾਂਦਾ ਘਰ। ਨਿਆਣੇ ਵਹਿੰਦੇ, ਇੰਨੇ ਸਮੇਂ ਬਾਅਦ ਜਾਣਾ, ਮੈਂ ਕੀ ਲੈ ਕੇ ਜਾਵਾਂ। ਮਹਾਰਾਜ ਕਹਿੰਦੇ ਮਰਦਾਨਿਆਂ ਪਰਨਾ ਖੋਲ ਆਪਣਾ। ਉਹਨੇ ਗਲ ਦਾ ਪਰਨਾ ਖੋਲਿਆ। ਮਹਾਰਾਜ ਕਹਿੰਦੇ ਆ ਇੱਟਾਂ ਰੋੜੇ ਜੋ ਜੋ ਪਿਆ, ਜਿੰਨੇ ਕੁ ਪਾ ਸਕਦਾ ਪਰਨੇ 'ਚ ਪਾ ਲਾ। ਕਹਿਣ ਲੱਗੇ ਪਾ ਲੇ ਜੀ। ਮਹਾਰਾਜ ਕਹਿੰਦੇ ਬੰਨ ਲਾ ਤੇ ਘਰ ਲੈ ਜਾ, ਤੇ ਜਦੋਂ ਘਰ ਜਾਏਗਾ ਨਾ ਤੇ ਖੋਲਣ ਲੱਗਿਆ ਜੋ ਫੁਰਨਾ ਬਣਾਏਗਾ ਉਹੀ ਬਣ ਜਾਣਗੇ। ਕਹਿਣ ਲੱਗੇ ਜੋ ਸੋਚੇਗਾ ਨਾ ਉਹੀ ਹੀ ਬਣ ਜੂ। ਭਾਈ ਮਰਦਾਨਾ ਜੀ ਗਏ ਬੜੇ ਲੰਮੇ ਸਮੇਂ ਬਾਅਦ, ਤੇ ਜਦੋਂ ਸੋਚਿਆ ਖੋਲਣ ਲੱਗਾ, ਘਰ ਦੇ ਕਹਿੰਦੇ ਜੀ ਬੜੇ ਸਮੇਂ ਬਾਅਦ ਆਏ, ਕੀ ਲੈ ਕੇ ਆਏ ਹੋ? ਕਹਿੰਦੇ ਮੋਤੀ ਲੈ ਕੇ ਆਏ ਆ। ਉਹ ਜਦੋਂ ਸੋਚਿਆ ਮੋਤੀਆਂ ਬਾਰੇ, ਗੰਢ ਖੋਲੀ ਤਾਂ ਸਾਰੇ ਮੋਤੀ ਬਣ ਗਏ ਜੀ। ਉਹ ਕਹਿੰਦੇ ਵਾਹ ਵਾਹ, ਇਹ ਤੇ ਵਿਕਣੇ ਹੀ ਬੜੇ, ਇਹਨਾਂ ਦੀ ਤੇ ਮਾਇਆ ਹੀ ਬੜੀ ਹੋਣੀ ਜੀ। ਹਾਂਜੀ। ਪਰ ਆਪਣੀ ਇੱਛਾ ਉਹਨਾਂ ਦੀ ਕੋਈ ਨਹੀਂ ਜੀ। ਆਪਣੀ ਇੱਛਾ ਕੋਈ ਨਹੀਂ ਜੀ। ਆਪਣੇ ਬਾਰੇ ਤੋਂ ਨਾ ਇੱਕ ਦਿਨ ਕਹਿਤਾ ਸੀ, ਬਾਬਾ ਤੁਸੀਂ ਕੀਰਤਨ ਕਰਕੇ ਸੁਣ ਕੇ 3-3 ਦਿਨ ਅੱਖਾਂ ਨਹੀਂ ਖੋਲਦੇ, ਮੇਰੇ ਤੇ ਵੀ ਕਿਰਪਾ ਕਰੋ, ਮੈਂ ਵੀ ਕੀਰਤਨ ਕਰਕੇ 3 ਦਿਨ ਅੱਖਾਂ ਖੋਲਿਆ ਹੀ ਨਾ ਕਰਾਂ। ਕਹਿੰਦੇ ਮਹਾਰਾਜ ਨੇ ਮਿਹਰ ਕੀਤੀ ਸੀਗੀ ਜੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕੀਰਤਨੀਆਂ ਅਖੀਰਲੇ ਸਮੇਂ ਨਿਸ਼ਕਾਮ ਵਾਲਾ ਤਾਂ ਛੇਤੀ ਵਾਹਿਗੁਰੂ ਚ ਲੀਨ ਹੋ ਜਾਏਗਾ, ਤੇ ਕਾਮਨਾ ਵਾਲਾ ਥੋੜਾ ਸਮੇਂ ਪਾ ਕੇ ਲੀਨ ਹੋ ਜਾਏਗਾ। ਜਿਹੜਾ ਕੀਰਤਨ ਹੈ ਨਾ, ਇਹਦੇ ਚ ਸਿੱਧੀ ਬਾਣੀ ਹੈ ਜੀ, ਬਸ ਜੀ। ਹਾਂਜੀ। ਸਭ ਤੇ ਅਧਿਕ ਅਹਿ ਨਿਸ਼ਕਾਮ। ਪਰ ਸਭ ਤੋਂ ਵੱਧ ਫਾਇਦਾ ਤੇ ਨਿਸ਼ਕਾਮ ਵਾਲੇ ਨੂੰ ਮਿਲਦਾ। ਕਹਿਣ ਲੱਗੇ ਮੰਗ ਨਹੀਂ ਕੋਈ ਰੱਖਣੀ। ਤੇ ਸੰਗਤ ਦੀ ਇਹ ਬੜੀ ਵੱਡੀ ਗੱਲ ਹੁੰਦੀ ਜੀ, ਬੜੀ ਵੱਡੀ ਗੱਲ ਹੁੰਦੀ। ਹਾਂਜੀ। ਦੋਏ ਵਿਦ ਕੇ ਜਾਨੋ ਸਹਿਕਾਮ। ਤੇ ਦੂਸਰੀ ਵਿਧੀ ਕਾਮਨਾ ਵਾਲਿਆਂ ਦੀ ਆ। ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਬਾਰੇ ਵੀ ਇੱਕ ਹੋਰ ਗੱਲ ਸੁਣ ਲਓ। ਹਾਂਜੀ। ਤਨ ਨਿਰਵਾਹਾ ਮਾਤਰ ਇਕ ਲੇਤ। ਹਾਂਜੀ।
ਬਿਨ ਜਾਚੇ ਕਰ ਭਾਉ ਸੋ ਜੇ ਦੇਤ। ਮਹਾਰਾਜ ਕਹਿੰਦੇ ਕਾਮਨਾ ਵਾਲੇ ਵੀ ਜਿਹੜੇ ਆ ਨਾ, ਉਹ ਲੋੜ ਅਨੁਸਾਰ ਹੀ ਪੈਸੇ ਲੈਂਦੇ ਜੀ। ਇੱਕ ਨਾ ਨੇ ਫੀਸ ਬੜੀ ਮੋਟੀ ਰੱਖੀ ਹੈ ਜੀ, ਇੰਨੇ ਪੈਸੇ ਲਵਾਂਗੇ। ਅੰਮ੍ਰਿਤਸਰ ਦਾ ਰੇਟ ਹੋਰ ਤੇ ਜਲੰਧਰ ਦਾ ਹੋਰ ਜੀ, ਕਿਰਾਇਆ ਵਿੱਚ ਪਾਉਣਾ ਨਾ ਜੀ, ਫਿਕਸ ਰੇਟ ਰੱਖੇ ਆ ਜੀ। ਮਹਾਰਾਜ ਕਹਿੰਦੇ ਇੱਕ ਉਹ ਨੇ ਜਿਹੜੇ ਮੂੰਹੋਂ ਮੰਗ ਕੇ ਲੈਂਦੇ ਆ, ਇੱਕ ਉਹ ਮੈਂ ਹੁਣੇ ਦੱਸਿਆ ਸੀ ਨਾ ਵੀ ਇੱਕ ਤੇ ਲੈ ਲੈਂਦੇ ਮੰਗ ਕੇ, ਇੱਕ ਮੰਗਦੇ ਨਹੀਂ ਸੰਗਤਾਂ ਦਿੰਦੀਆਂ ਨੇ, ਇੱਕ ਉਹ ਜਿਹੜੇ ਨਾ ਮੰਗਦੇ ਨਾ ਸੰਗਤਾਂ ਦਿੰਦੀਆਂ ਜੀ। ਇਹ ਵਿਚਲੇ ਦੀ ਗੱਲ ਹੋਣ ਲੱਗੀ ਜੀ, ਹੁਣ ਵਿਚਲੇ ਦੀ ਸੀ। ਹਾਂਜੀ, ਸੋ ਲੈ ਕਰ ਹਰਖੈ ਉਰ ਮਾਹੀ। ਮਹਾਰਾਜ ਕਹਿਣ ਲੱਗੇ ਮੰਗੇ ਨਾ, ਕੋਈ ਕੀਰਤਨ ਭੇਟਾ ਜੋ ਦੇਣੀ ਦੇ ਦੇ, ਉਹ ਲੈ ਕੇ ਖੁਸ਼ ਹੋਵੇ। ਹਾਂਜੀ, ਲਖ ਹੈ ਵਾਹਿਗੁਰੂ ਪਠ ਹਮ ਪਾਹੀ। ਤੇ ਸੋਚੇ ਸਮਝੇ ਇਹ ਵਾਹਿਗੁਰੂ ਜੀ ਨੇ ਦਿੱਤੀ ਹੈ ਮੈਨੂੰ। ਹਾਂਜੀ, ਜੋ ਪ੍ਰਾਪਤ ਜੋ ਵਰਤਾਏ ਸੋ ਖਾਏ। ਜੋ ਮਿਲੇ ਉਹਦੇ ਚੋਂ ਵੀ ਵੰਡ ਕੇ ਖਾਵੇ ਜੀ। ਮੰਗੇ ਨਾ, ਜੋ ਮਿਲਿਆ ਉਹਦੇ ਚੋਂ ਵੀ ਵੰਡ ਕੇ ਖਾਵੇ। ਕੀਰਤਨ ਕਥਾ ਸ਼੍ਰੇ ਹਿਤ ਗਾਏ। ਤੇ ਕੀਰਤਨ ਤੇ ਕਥਾ ਆਪ ਮੁਕਤੀ ਲੈਣ ਲਈ ਕਰੇ, ਆਪਣੇ ਭਲੇ ਲਈ ਕਰੇ। ਹਾਂਜੀ, ਥੋੜੇ ਬਹੁਤ ਪਦਾਰਥ ਪਾਏ। ਥੋੜੇ ਬਹੁਤੇ ਪਦਾਰਥ ਵੀ ਮਿਲ ਜਾਣ, ਕੋਈ ਵੱਡੀ ਗੱਲ ਨਹੀਂ। ਕਰ ਸੰਤੋਖ ਸਦਾ ਹਰ ਖਾਏ। ਪਰ ਸੰਤੋਖ ਰੱਖੇ, ਸਬਰ ਰੱਖੇ ਮਨ 'ਚ। ਹਾਂਜੀ, ਆਸ ਭੀ ਹੋਏ ਨਿਸ਼ਕਾਮ ਸਮਾਨ। ਮਹਾਰਾਜ ਕਹਿੰਦੇ ਇਹੋ ਜਿਹਾ ਰਾਗੀ ਵੀ ਨਿਸ਼ਕਾਮ ਵਰਗਾ ਹੀ ਹੁੰਦਾ ਹੈ। ਇਹ ਵੀ ਸਮਝੋ ਨਿਸ਼ਕਾਮ ਹੀ ਹੈਗਾ। ਹਾਂਜੀ, ਬਿਨਾ ਲੋਭ ਤੇ ਕਰੇ ਜੋ ਆਨ। ਜਿਹੜਾ ਬਿਨਾ ਕਿਸੇ ਲੋਭ ਤੋਂ ਜੋ ਮਿਲਦਾ ਵਰਤ ਲੈਂਦਾ, ਮੂੰਹੋਂ ਨਹੀਂ ਮੰਗਦਾ। ਕਿੰਚਿਤ ਕਰਹਿ ਬਾਸ ਨਾ ਜੋਏ। ਪੁਰ ਗੰਧਰਵ ਜਾਤ ਹੈ ਸੋਏ। ਹਾਂਜੀ, ਜੇ ਅਤ ਲੋਭੀ ਧਨ ਕੇ ਹੇਤ। ਕਰੈ ਕੀਰਤਨ ਮਨ ਨਹਿ ਦੇਤ। ਹਾਂਜੀ, ਉਚਰਨ ਕਥਾ ਅਪਰ ਸ਼ੁਭ ਕਰਮ। ਕਰੈ ਦਰਬ ਹਿਤ ਜਾਏ ਨਾ ਭਰਮ। ਹਾਂਜੀ, ਇਹਾਂ ਪਦਾਰਥ ਚਹਿ ਸੁਪਾਵੈ। ਧਨ ਹਿਤ ਸੰਗਤ ਮਿਲਿਓ ਰਹਾਵੈ। ਹਾਂਜੀ, ਮਰੈ ਬਾਹੁਰ ਨਰ ਤਨ ਕੋ ਪਾਏ। ਸਿਮਰੈ ਪੁੰਨ ਸਤਿਗੁਰ ਅਧਿਕਾਏ। ਆਖੋ ਵਾਹਿਗੁਰੂ। ਅੱਗੋਂ ਕੱਲ ਨੂੰ ਸਮਾਂ ਹੁਣ ਆਪਣਾ ਅੱਜ ਹੋ ਗਿਆ, ਡੂੰਘੀ ਗੱਲ ਹੈ, ਕੱਲ ਨੂੰ ਆਪਾਂ ਸੁਣਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨ, ਉਹ ਤੀਜੇ ਲੈਵਲ ਦਾ ਹੋਰ ਵਿਸਥਾਰ ਮਹਾਰਾਜ ਕਰਦੇ। ਬੜੀ ਵੱਡੀ ਸਿੱਖਿਆ ਜੀ ਸਾਰਿਆਂ ਵਾਸਤੇ ਜੀ। ਜੇ ਕੋ ਸਿੱਖ ਪੁਜਾਰੀ ਅਹੈ, ਸਾਡਾ ਤਬਕਾ, ਸੋ ਵੀ ਪੂਜਾ ਬਹੁਤ ਨਾ ਗਹੈ। ਜ਼ਿਆਦਾ ਨਾ ਲਵੇ, ਤਨ ਨਿਰਭਾ ਮਾਤਰ ਹੀ ਲੇਵੈ। ਬਹੁਤੀ ਹੋਏ ਤਾਂ ਦੇਗ ਕਰਾਵੇ। ਵੇਖੇ ਮਾਇਆ ਹੁਣ ਬਹੁਤੀ ਆ ਗਈ ਹੈ, ਫਿਰ ਲੰਗਰ ਚਲਾਵੇ। ਜਾਂ ਫਿਰ ਗੁਰੂਦੁਆਰ ਪਰ ਲਾਵੇ, ਜਾਂ ਫਿਰ ਗੁਰੂਦੁਆਰੇ ਲਾ ਦਿਓ ਮਾਇਆ ਜੀ। ਵੀ ਜ਼ਿਆਦਾ ਹੋ ਗਈ ਹੈ, ਹੁਣ ਇਹ ਆਪਾਂ ਮਾਇਆ ਆਪਾਂ ਗੁਰੂ ਸਾਹਿਬ ਵਾਸਤੇ ਲਾ ਦਈਏ ਜੀ। ਮਹਾਰਾਜ ਕਹਿੰਦੇ ਏਦਾਂ ਕਰਨ ਵਾਲਾ ਬੰਦਾ ਸੁਖੀ ਰਹੇਗਾ ਜੀ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ। ਬੜੇ ਬੜੇ ਚੰਗੇ ਬੰਦੇ ਵੀ ਹੈਗੇ ਜੀ, ਜਿਹੜੇ ਕੀਰਤਨ ਦੇ ਪੈਸੇ ਨਹੀਂ ਮੰਗਦੇ, ਕਥਾ ਦੇ ਪੈਸੇ ਨਹੀਂ ਮੰਗਦੇ, ਤੇ ਕਮੀ ਨਹੀਂ ਉਹਨਾਂ ਨੂੰ ਕੋਈ ਹੁੰਦੀ ਜੀ। ਕਮੀ ਨਹੀਂ ਹੁੰਦੀ, ਮੰਗਦੇ ਨਹੀਂ ਤੇ ਕਮੀ ਵੀ ਕੋਈ ਨਹੀਂ ਜੀ। ਕਮੀ ਵੀ ਕੋਈ ਨਹੀਂ। ਮੈਂ ਆਪਣੀ ਜ਼ਿੰਦਗੀ ਦਾ ਇੱਕ ਨੇਮ ਬਣਾਇਆ ਸੀ। ਮੈਨੂੰ ਮਹਾਂਪੁਰਖ ਕਹਿਣ ਲੱਗੇ ਸਾਹਿਬਜ਼ਾਦਿਆਂ ਦੀ ਕਥਾ ਕਰਕੇ ਪੈਸੇ ਨਹੀਂ ਮੰਗਣੇ, ਕਹਿੰਦੇ ਮੰਗਣੇ ਕਿਸੇ ਤੇ ਵੀ ਨਹੀਂ ਹੈ। ਤੇ ਜਦੋਂ ਸਾਹਿਬਜ਼ਾਦਿਆਂ ਦੀ ਕਥਾ ਕਰਨੀ, ਕੋਈ ਦਵੇ ਵੀ ਤੇ ਨਹੀਂ ਲੈਣੇ। ਸਾਹਿਬਜ਼ਾਦਿਆਂ ਦੀ ਕਥਾ ਦਾ 1 ਰੁਪਈਆ ਘਰ ਨਾ ਲੈ ਕੇ ਆਵੀਂ, ਗੁਰੂ ਮੇਰਾ ਹੀ ਰੱਖਣਗੇ, ਕਹਿਣ ਲੱਗੇ। ਹਾਂਜੀ, ਮੈਂ ਕੋਸ਼ਿਸ਼ ਕਰਦਾ ਉਹ ਨਿਯਮ ਨੂੰ ਅਪਣਾਵਾਂ। ਕਿਤੇ ਕਿਤੇ ਢਿੱਲ ਵੀ ਹੁੰਦੀ ਹੈ। ਹਾਂਜੀ, ਪਰ ਸਾਹਿਬਜ਼ਾਦਿਆਂ ਦੀ ਕਥਾ ਤੋਂ ਜਿਹੜੇ 10-10 ਰੁਪਈਏ 20-20 ਰੁਪਈਏ ਸੰਗਤਾਂ ਵੀ ਦਿੰਦੀਆਂ ਨਾ, ਕੋਸ਼ਿਸ਼ ਕਰੀਦੀ ਆ ਉਹ ਆਪਣੇ ਸਰੀਰ ਦੇ ਸੁੱਖ ਵਾਸਤੇ ਨਾ ਵਰਤੇ ਜਾਣ। ਗੱਡੀ 'ਚ ਵੀ ਤੇਲ ਉਹਨਾਂ ਦਾ ਨਾ ਪਾਇਆ ਜਾਵੇ, ਕਿਸੇ ਉਹ ਚੰਗੀ ਥਾਂ 'ਤੇ ਲਾਏ ਜਾਣ। ਤੇ ਮੈਂ ਕਰਕੇ ਵੇਖਿਆ ਸੰਗਤ ਜੀ, ਘਾਟੇ ਹੀ ਨਹੀਂ ਰਹਿੰਦੇ ਕਿਸੇ ਗੱਲ ਦੇ ਜੀ। ਘਾਟੇ ਹੀ ਨਹੀਂ ਰਹਿੰਦੇ ਜੀ। ਨਾ ਸਾਨੂੰ ਲੀੜਿਆਂ ਦੇ ਘਾਟੇ,
ਹਾਂਜੀ, ਨਾ ਸਾਨੂੰ ਜੋੜਿਆਂ ਦੇ ਘਾਟੇ, ਹਰ ਗੱਲ ਦੇ ਵਾਧੇ ਹੀ ਵਾਧੇ ਜੀ। ਵੰਡੀ ਦੇ ਜੀ, ਫਿਰ ਵਾਧੂ ਆ ਜਾਂਦੇ ਨੇ ਜੀ। ਆਖੋ ਵਾਹਿਗੁਰੂ। ਵੰਡੀ ਦੇ ਆ, ਫਿਰ ਵਾਧੂ ਆ ਜਾਂਦੇ ਜੀ। ਮਹਾਰਾਜ ਨਹੀਂ ਕਮੀ ਰਹਿਣ ਦਿੰਦੇ। ਸੋ ਮਹਾਰਾਜ ਕਿਰਪਾ ਕਰਨ। ਸਵੇਰੇ ਸੰਗਰਾਂਦ ਹੈ, ਸਾਰੇ ਆਇਓ, ਮਹਾਰਾਜ ਦਾ ਜਸ ਸੁਣਿਓ, ਲਾਭ ਪ੍ਰਾਪਤ ਕਰਿਓ। ਤੇ 25, 26, 27 3 ਦਿਨ, 27 ਤਰੀਕ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ, ਤੇ 25, 26 ਉਹ ਪਹਿਲਾਂ ਇਹ ਜਿਹੜੀਆਂ 3 ਅੰਮ੍ਰਿਤ ਵੇਲੇ ਆ, ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਬੈਠ ਕੇ ਇਹ ਅੰਮ੍ਰਿਤ ਵੇਲੇ ਕੀਤੇ ਸੀ। ਹੋ ਸਕਦਾ ਹੈ ਪਿਛਲੇ ਸਾਲ ਜਿਹੜੇ ਲੰਘੇ ਆ, ਅਸੀਂ ਉਹ ਅੰਮ੍ਰਿਤ ਵੇਲੇ ਸੌਂ ਕੇ ਗੁਜ਼ਾਰੇ ਹੋਣ ਜੀ, ਹੋ ਸਕਦਾ। ਪਰ ਇਸ ਵਾਰ ਹਲੂਣਾ ਮਾਰਨਾ ਆਪਾਂ ਜੀ, ਹੰਬਲਾ ਮਾਰਨਾ। 3 ਅੰਮ੍ਰਿਤ ਵੇਲੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਇੱਥੇ ਬੈਠ ਕੇ ਇਕੱਠਿਆਂ ਪਹਿਲਾਂ ਪ੍ਰਕਾਸ਼ ਤੋਂ 5 ਮਿੰਟ ਪਹਿਲਾਂ ਆ ਜਾਣਾ, ਗੁਰਮੰਤਰ ਦਾ ਜਾਪ ਕਰਨਾ, ਫਿਰ ਪ੍ਰਕਾਸ਼ ਤੋਂ ਬਾਅਦ 5 ਬਾਣੀਆਂ ਦਾ ਪਾਠ ਕਰਿਆ ਕਰਾਂਗੇ ਆਪਾਂ। ਸਿਰਫ 3 ਦਿਨ ਯਤਨ ਕਰਿਓ, ਮਿਸ ਨਾ ਹੋਇਓ। ਕੱਲ ਨੂੰ ਸ਼ਾਮ ਤੋਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਕੱਲ ਸ਼ਾਮ ਤੋਂ 2 ਤੋਂ 5 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਨਿਰੰਤਰ ਸ਼ੁਰੂ ਹੋ ਰਹੇ ਆ, ਸ਼ਹੀਦੀ ਦਿਹਾੜੇ ਤੱਕ। ਉਹ ਵੀ ਬੀਬੀਆਂ ਪਹੁੰਚ ਕੇ ਲਾਹੇ ਪ੍ਰਾਪਤ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਵਾਹਿਗੁਰੂ। 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 ਗਰੀਬ ਨਵਾਜ ਮਿਹਰਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ